अब आप जब इंडिया जाएंगे, अब भारत में जाएंगे या इंडिया में जाएंगे या हिंदुस्तान में जाएंगे, कहाँ जाएंगे? ਜਿਸ ਨਾਂ ਦੇ ਨਾਲ ਤੁਸੀਂ 75 ਸਾਲ ਕੱਢਤੇ ਹੈ ਨਾ, 75 77 78 ਸਾਲ ਕੱਢਤੇ, ਹੁਣ ਤੁਸੀਂ ਕਹਿ ਰਹੇ ਹੋ ਜੀ ਕਿ ਸਾਡਾ ਪੂਰਾ ਦਾ ਪੂਰਾ ਸਿਸਟਮ ਅਲੱਗ ਕਰੋ। ਜੀ। ਬਟ ਇੰਡੀਆ ਨੂੰ ਤੁਸੀਂ ਹਟਾਉਣ ਦਾ ਕੀ ਲੌਜਿਕ ਹੈ? ਵੀ ਉਹ ਅੰਗਰੇਜ਼ੀ ਦਾ ਸ਼ਬਦ ਹੈ, ਇਸ ਵਾਸਤੇ ਤੁਹਾਨੂੰ ਪ੍ਰੋਬਲਮ ਹੈ? ਹਾਂ, ਜਾਂ ਆਪੋਜੀਸ਼ਨ ਨੇ ਰੱਖ ਲਿਆ? ਇਹ ਤਾਂ ਹੋਰ ਵੀ ਵੱਡਾ ਹੀ। ਹਾਂ, ਤੁਸੀਂ ਉਸਦੇ ਕਸਟੋਡੀਅਨ ਹੋ, ਤੁਸੀਂ ਉੱਥੇ ਮਠਾਧੀਸ਼ ਬਣ ਕੇ ਉੱਥੇ ਦੇ ਪ੍ਰਧਾਨ ਨਹੀਂ ਬਣ ਸਕਦੇ। ਤੁਸੀਂ ਕਹੋ ਜੀ ਮੈਂ ਤਾਂ ਮਾਲਕ ਨਹੀਂ ਹੈ, यू आर नॉट ओनिंग दिस कंट्री, कि ये अब राजा की तरह ही चलाएंगे और जो है आप सिटीजन नहीं, आप शहरी नहीं, आप हमारे सब्जेक्ट्स हैं जो लोग हैं। तो ये भी एक दिख रहा है, मतलब एक पूरे डीएनए को चेंज करने की शायद कोशिश हो रही है। कुछ सालों तो ये चीज़ आ गई भी ਤੁਸੀਂ ਸੈਂਟਰ ਨੂੰ ਜ਼ਿਆਦਾ ਤਾਕਤਾਂ ਦਿਓ, ਸੈਂਟਰ ਨੂੰ ਮਜ਼ਬੂਤ ਕਰੋ। ਹੁਣ ਵਨ ਨੇਸ਼ਨ ਵਨ ਟੈਕਸ ਆ ਗਿਆ। हाँ बिल्कुल, ठीक है ना, वही जीएसटी सवाल लाता, है। हाँ। ਤੁਸੀਂ ਕੰਗਾਲ ਕਰਕੇ ਰੱਖਤੇ। ਸਟੇਟਾਂ ਤਾਂ ਕੰਗਾਲ ਨੇ ਅੱਜ, ਦੇ ਡੋਂਟ ਹੈਵ ਐਨੀਥਿੰਗ, ਸੁਵਿਧਾ ਲੱਗਦੀ ਹੈ, ਲੇਕਿਨ ਅਲਗਾਵਵਾਦ ਦੀ ਲੋੜ ਪੈਣੀ ਨਹੀਂ ਮਨੀ ਜੀ। ਫਾਈਨਲੀ ਦੇਖੋ ਲੋਕਾਂ ਨੇ ਅੰਦਰੋਂ ਅੰਦਰ ਇਹਨਾਂ ਨੂੰ ਮਾਂਜ ਦੇਣਾ ਹੈ, ਬੜੀ ਸਿੰਪਲ ਜੀ ਗੱਲ ਹੈ। ਇੰਦਰਾ ਗਾਂਧੀ ਵਾਲਾ ਸਾਡੇ ਸਾਹਮਣੇ ਬੈਸਟ ਐਗਜ਼ਾਮਪਲ ਹੈ। ਠੀਕ ਹੈ ਨਾ, ਦੇਸ਼ ਨੂੰ ਇਕੱਠਾ ਕਰਨ, ਦੇਸ਼ ਨੂੰ ਇੱਕ ਹਾਈਪਰ ਬੋਲ ਦੇ ਉੱਤੇ ਇਕੱਠਾ ਕਰਕੇ, ਵਨ ਨੇਸ਼ਨ ਦੇਸ਼ ਨੂੰ ਖਤਰਾ ਹੈ, ਸੰਕਟ ਹੈ, ਲੜਨਾ ਹੈ, ਪਾਕਿਸਤਾਨ ਨੂੰ ਨੱਪਣਾ, ਇਹ ਕਰਨਾ, ਇਹ ਸਾਰੀਆਂ ਗੱਲਾਂ ਬਾਤਾਂ ਨਾ ਇਹ ਪਰਖੀਆਂ ਜਾ ਚੁੱਕੀਆਂ ਨੇ। ਇਸ ਵਕਤ ਰਿਪੀਟੇਸ਼ਨ ਹੋ ਰਹੀ ਹੈ। आई फाइंड इट नथिंग न्यू। नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूँ। इंडिया या भारत, ये एक बहुत बड़ी बहस छिड़ गई है जब G20 के डेलीगेट्स को एक प्रेसिडेंट सेक्रेटेरिएट से इनविटेशन गया जिसमें ऑफिशियली ये लिखा गया प्रेसिडेंट ऑफ भारत। उसके बाद ही एक न्यूज़ फ्लैश भी आया जिसमें सूत्रों के हवाले से कहा गया कि शायद इंडिया का नाम बदल के भारत कर दिया जाएगा अगले जो स्पेशल सेशन बुलाया गया है पार्लियामेंट का, उसमें। ऑपोजिशन कह रही है कि ये क्योंकि उन लोगों ने इंडिया अलायंस का नाम खुद को दे दिया, इस वजह से सरकार ने ये नाम बदलने का फैसला कर दिया मुल्क का। क्या यही वजह है या और भी वजूहात हैं? इसके बारे में डिटेल में बात करने के लिए आज फिर से मेरे साथ जुड़े हैं मेरे सहयोगी रितेश लकी साहब। मैं ये बात और भी ऐड कर दूं इसमें कि आज रितेश जी का जन्मदिन भी है। बहुत बहुत मुबारक रितेश जी और बहुत बहुत स्वागत शो में। धन्यवाद, शुक्रिया मनी जी। अब आप जब इंडिया जाएंगे, अब भारत में जाएंगे या इंडिया में जाएंगे या हिंदुस्तान में जाएंगे, कहाँ जाएंगे? ਮੈਨੂੰ ਲੱਗਦਾ ਸਾਰੇ ਇੱਕ ਹੀ ਨੇ, ਹੈ ਨਾ, ਲੇਕਿਨ ਬਹੁਤ ਹੀ ਇੱਕ ਅਜੀਬੋ-ਗਰੀਬ ਜਿਹੀ ਸਥਿਤੀ ਆ ਗਈ ਹੈ ਕਿ ਦੇਖੋ ਇਹ ਜਿਹੜਾ ਨਾਮਾਂਕਨ ਇਹਨੂੰ ਕਹਿੰਦੇ ਵੀ ਨਾਮ ਦਾ ਪਰਿਵਰਤਨ। ਸੋ ਨਾਮ ਦੇ ਪਰਿਵਰਤਨ ਦਾ ਜਿਹੜਾ ਇੱਕ ਸ਼ੁਰੂਆਤ ਸੀ ਉਹ ਕਈ ਸਾਲ ਪਹਿਲਾਂ ਹੋ ਗਈ ਸੀ। ਸ਼ਹਿਰਾਂ ਦੇ ਨਾਮ ਬਦਲਣੇ ਸ਼ੁਰੂ ਕੀਤੇ ਗਏ, ਹੈ ਨਾ। ਉੱਤਰ ਪ੍ਰਦੇਸ਼ ਦੇ ਵਿੱਚ, ਮਤਲਬ ਹੋਰ ਭਾਰਤ ਦੇ ਅਲੱਗ-ਅਲੱਗ ਹਿੱਸਿਆਂ 'ਚ ਸ਼ਹਿਰ ਦੇ ਨਾਮ ਬਦਲ ਦਿਓ, ਉਹ ਨਾਂ ਸ਼ਹਿਰ ਤੋਂ ਬਦਲ ਦਿਓ, ਅਤੇ ਹੁਣ ਦੇਸ਼ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਆਉਣ ਵਾਲਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ, ਜਿਹੜਾ ਕਿ ਵਿਸ਼ੇਸ਼ ਸੱਤਰ ਬੁਲਾਇਆ ਗਿਆ ਹੈ, ਉਹਦੇ 'ਚ ਤਾਂ ਵੇਖਣਾ ਹੋਏਗਾ ਕਿ ਦੋ ਚੀਜ਼ਾਂ ਵੱਡੇ ਵਿਸ਼ੇ ਆ ਰਹੇ ਨੇ। ਇੱਕ ਤਾਂ ਗੱਲ ਨਿਕਲ ਕੇ ਆ ਰਹੀ ਕਿ ਇਹ ਵਨ ਨੇਸ਼ਨ ਵਨ ਇਲੈਕਸ਼ਨ, ਜੋ ਕਿ ਅਗੇਨ ਬਹੁਤ ਇੱਕ ਸੀਰੀਅਸ ਗੱਲਬਾਤ ਹੈ, ਬਹੁਤ ਹੀ ਗੰਭੀਰ ਹੈ। ਉਹਦੇ ਆਪਣੇ ਪ੍ਰੋਜ਼ ਕੌਨਸ, ਫਾਇਦੇ ਨੁਕਸਾਨ ਦੋਵੇਂ ਹੈਗੇ ਨੇ। ਲੇਕਿਨ ਆ ਜਿਹੜਾ ਨਾਂ ਤਾਂ ਨਵਾਂ ਰੌਲਾ ਪਿਆ ਵੀ ਪ੍ਰੈਜ਼ੀਡੈਂਟ ਆਫ ਭਾਰਤ ਇਨਵਾਈਟ ਦੇ ਉੱਤੇ ਨਾਂ ਦਿੱਤਾ ਗਿਆ ਅਤੇ ਇੰਡੀਆ ਦਾ ਨਾਂ ਭਾਰਤ ਹੋਏਗਾ, ਅਤੇ ਇਹ ਬਹੁਤ ਹੀ ਅਜੀਬੋ ਗਰੀਬ ਜੀ ਸਿਚੁਏਸ਼ਨ ਵਿੱਚ ਲੈ ਕੇ ਖੜਾ ਕੀਤਾ ਜਾ ਰਿਹਾ। ਅਤੇ ਅਨਫੋਰਚੂਨੇਟ ਪਾਰਟ ਹੈ ਕਿ ਜਦੋਂ ਦੇਸ਼ ਖੁਦ ਐਡੀ ਤਰੱਕੀ ਕਰ ਰਿਹਾ, ਚੰਦਰਮਾ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ, ਉਸ ਵਕਤ ਅਸੀਂ ਇਸ ਨੋਮਨਕਲੇਚਰ ਦੀ ਮਤਲਬ ਗਫਲਤ ਦੇ ਵਿੱਚ ਪਏ ਹੋਏ ਹਾਂ। ਮੈਂ ਇਸਨੂੰ ਨੋਮਨਕਲੇਚਰ ਦੀ ਗਫਲਤ ਕਹਿੰਦਾ ਕਿ ਵਾਟਸ ਦੇਅਰ ਇਨ ਅ ਨੇਮ। ਜਿਸ ਨਾਂ ਦੇ ਨਾਲ ਤੁਸੀਂ 75 ਸਾਲ ਕੱਢਤੇ, ਹੈ ਨਾ, 75 77 78 ਸਾਲ ਕੱਢਤੇ, ਹੁਣ ਤੁਸੀਂ ਕਹਿ ਰਹੇ ਹੋ ਜੀ ਕਿ ਸਾਡਾ ਪੂਰਾ ਦਾ ਪੂਰਾ ਸਿਸਟਮ ਅਲੱਗ ਕਰੋ। ਐਂਡ ਇਹਦੀ ਲੋੜ ਕਿਉਂ ਹੈ ਕਿ ਇੱਕ ਪਾਰਟੀ ਵਿਸ਼ੇਸ਼ ਜਾਂ ਫਿਰ ਉਸ ਦੀ ਜਿਹੜਾ ਆਈਡੀਓਲੋਜੀਕਲ ਥਿੰਕ ਟੈਂਕ ਹੈ, ਮੈਂ RSS ਦੀ ਗੱਲ ਕਰਦਾ ਪਿਆ, ਕਿ ਸਿਰਫ ਇਹ ਉਹਨਾਂ ਦੇ ਹਿਸਾਬ ਦੇ ਨਾਲ ਅੱਗੇ ਗੱਲਬਾਤ ਚੱਲਦੀ ਪਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਲੈਕਸ਼ਨ ਨੂੰ ਤਾੜ ਦਿਓ, ਤੁਸੀਂ ਇਸ਼ੂਜ਼ ਫੋਕਸ ਕਰ ਦਿਓ ਵੀ ਜੀ ਹੁਣ ਰੋਜ਼ੀ ਰੋਟੀ, ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ, ਇਹ ਤਾਂ ਇਸ਼ੂ ਹੈਗੇ ਨੇ ਜਿਹੜੇ ਕਿ ਬਰਨਿੰਗ ਨੇ। ਕਿ ਇਨਫਲੇਸ਼ਨ ਦਾ ਤੁਹਾਡਾ ਲੈਵਲ ਹੈ, ਤੁਸੀਂ ਲੋਕਾਂ ਨੂੰ ਕੀ ਡਿਲੀਵਰ ਕਰ ਪਾਏ, ਕੀ ਨਹੀਂ ਡਿਲੀਵਰ ਕਰ ਪਾਏ, ਉਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਪਿੱਛੇ ਜਾ ਰਹੀਆਂ ਨੇ। ਹੁਣ ਰਾਮ ਮੰਦਿਰ ਆ ਜਾਏਗਾ, ਜਦੋਂ ਰਾਮ ਮੰਦਿਰ ਦਾ ਨਿਰਮਾਣ ਉਦਘਾਟਨ ਹੋਣਾ, ਇਲੈਕਸ਼ਨ ਤੋਂ ਠੀਕ ਪਹਿਲਾਂ ਉਹ ਹੋ ਗਿਆ। ਤੁਸੀਂ ਨਾਂ ਦੀ ਗਫਲਤ ਪਾ ਦਿਓ, ਤੁਸੀਂ ਇਲੈਕਸ਼ਨ ਇੱਕ ਕਰਾਉਣ ਦੀ ਪੂਰੀ ਕੋਸ਼ਿਸ਼ ਕਰੋ। ਇੱਕ ਪੂਰਾ ਦਾ ਪੂਰਾ ਇੱਕ ਜਿਹੜਾ ਕਲਚਰ ਅਤੇ ਕੌਨਸਟੀਟਿਊਸ਼ਨ, ਸਾਡਾ ਸੰਵਿਧਾਨ ਸਾਨੂੰ ਜਿਸ ਨੇ ਇੱਕ ਗੁਲਦਸਤਾ ਸੀ ਇੰਡੀਆ ਹੈ, ਇਟਸ ਬੇਸਿਕਲੀ ਅ ਬੁਕੇ। ਉਹਦੇ ਵਿੱਚ ਅਲੱਗ-ਅਲੱਗ ਰਾਜ ਸੀ, ਅਲੱਗ-ਅਲੱਗ ਸੱਭਿਅਤਾਵਾਂ, ਅਲੱਗ-ਅਲੱਗ ਕਲਚਰ, ਅਲੱਗ-ਅਲੱਗ ਲੈਂਗੁਏਜਿਸ। ਉਹਦੀ ਜਿਹੜੀ ਖੂਬਸੂਰਤੀ ਸੀ ਉਸ ਨੂੰ ਹੁਣ ਤੁਸੀਂ ਇੱਕ ਹੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਯੂ ਟਰਾਈਂਗ ਟੂ, ਮੈਂ ਪਹਿਲਾਂ ਵੀ ਆਪਾਂ ਇੱਕ ਸ਼ੋਅ 'ਚ ਗੱਲ ਕੀਤੀ ਸੀ ਵੀ ਯਾਰ ਤੁਹਾਡਾ ਕਨਸੈਪਟ ਹੈ ਨਾ ਵਨਨੈਸ। ਦੇਖੋ ਯੂਨਿਟੀ ਇਜ਼ ਗੁੱਡ, ਲੇਕਿਨ ਯੂਨਿਟੀ ਦਾ ਮਤਲਬ ਅਸੀਂ ਯੂਨੀਅਨ ਆਫ ਸਟੇਟਸ ਹਾਂ, ਅਸੀਂ ਅਲੱਗ ਕਿਸਮ ਦੇ ਬੰਦੇ, ਤੁਸੀਂ ਤੇ ਮੈਂ ਅਲੱਗ-ਅਲੱਗ ਲੋਕ ਹਾਂ,
ਲੇਕਿਨ ਹੁਣ ਤੁਸੀਂ ਕਹੋ ਜੀ ਨਹੀਂ ਮੈਂ ਵੀ ਤੁਸੀਂ ਹਾਂ ਤੇ ਤੁਸੀਂ ਮੈਂ ਹਾਂ, ਇਹ ਨਹੀਂ ਹੋ ਸਕਦਾ। ਹਾਂ, देयर हैज़ टू बी अ डिफरेंस। ਤੁਹਾਡੀ ਇੱਕ ਆਪਣੀ ਵਿਲੱਖਣਤਾ ਹੈ, ਮੇਰੀ ਵਿਲੱਖਣਤਾ ਹੈ। ਇੱਕ ਜਿਹੜਾ ਮੁਸਲਿਮ ਸਾਡੇ ਭਾਈਚਾਰਾ ਹੈ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਕ੍ਰਿਸਚਨ ਭਾਈਚਾਰਾ, ਜੈਨ ਭਾਈਚਾਰਾ, ਬੁੱਧ ਭਾਈਚਾਰਾ, ਸਭ ਦੀ ਆਪਣੀ ਆਪਣੀ ਵਿਲੱਖਣਤਾ ਹੈ। ਸਭ ਦੀ ਕੌਮਾਂ ਦੇ ਆਪਣੇ ਆਪਣੇ ਟ੍ਰੇਟਸ ਨੇ, ਆਪਣਾ ਆਪਣਾ ਇਤਿਹਾਸ ਹੈ, ਆਪਣੀ ਆਪਣੀ ਭਾਸ਼ਾ, ਬੋਲੀ, ਲੈਂਗੁਏਜਸ, ਕਲਚਰ ਤੇ ਸੋ ਮਚ ਆਫ ਡਿਫਰੈਂਸੀਏਸ਼ਨ। ਹੁਣ ਉਸ ਚੀਜ਼ ਨੂੰ ਤਾਂ ਬਣਾ ਕੇ ਇੰਡੀਆ ਦਾ ਕਨਸੈਪਟ ਸੀ ਵਿਚ ਗਿਵ ਅਸ ਅ ਵੈਰੀ, ਇਹ ਚੀਜ਼ ਇਸਨੇ ਸਾਨੂੰ ਇੱਕ ਮਜ਼ਬੂਤੀ ਤੇ ਸਟਰੈਂਥ ਵੀ ਦਿੱਤੀ। ਫॉर ऑल these years these are the reasons why India is a strong union। ਲੇਕਿਨ ਹੁਣ ਤੁਸੀਂ ਕਹਿ ਰਹੇ ਹੋ ਕਿ ਨਹੀਂ, ਯੂਨੀਅਨ ਦੀ ਜਗ੍ਹਾ ਅਸੀਂ ਸਭ ਨੂੰ ਇੱਕ ਬਣਾ ਦੇਣਾ ਹੈ, ਰੰਗਤ ਇੱਕ ਕਰ ਦਿਓ, ਵਿਚ ਇਜ਼ ਮਤਲਬ ਮੇਰੇ ਹਿਸਾਬ ਨਾਲ ਤਾਂ ਇਹ ਬਿਲਕੁਲ ਇੱਕ ਅਨਨੈਚੁਰਲ, ਤੁਸੀਂ ਚੀਜ਼ਾਂ ਨੂੰ ਜ਼ਬਰਦਸਤੀ ਧੱਕੇ ਨਾਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ। ਕੱਲ ਨੂੰ ਸਰਕਾਰਾਂ ਬਦਲ ਜਾਣਗੀਆਂ। ਮੈਂ 2024 ਦੀ ਨਹੀਂ ਗੱਲ ਕਰ ਰਿਹਾ, ਮੈਂ 2029 ਦੀ ਨਹੀਂ ਗੱਲ ਕਰ ਰਿਹਾ, ਮੈਂ 2034 ਦੀ ਗੱਲ ਕਰ ਲੈਣਾ। 2034 ਦੇ ਵਿੱਚ ਕੋਈ ਹੋਰ ਸਰਕਾਰ ਆਏਗੀ ਜੋ ਕਿ ਤੁਹਾਡੇ ਇਸ ਨਾਂ ਦੇ ਨਾਲ ਐਗਰੀ ਨਹੀਂ ਕਰੇਗੀ, ਤੇ ਦੁਨੀਆ ਨੂੰ ਕੀ ਭਾਰਤ ਕਹੇਗਾ ਕਿ ਜੀ ਹੁਣ ਅਸੀਂ ਰਿਪਬਲਿਕ ਆਫ ਇੰਡੀਆ ਵਾਪਸ ਆ ਗਏ ਹਾਂ, ਰਿਪਬਲਿਕ ਆਫ ਭਾਰਤ ਤੋਂ we are finally a republic of India, right? This is the official name। ਭਾਰਤ ਦਾ ਕੀ ਹੈ? ਰਿਪਬਲਿਕ ਆਫ ਇੰਡੀਆ। ਤੁਸੀਂ ਕਹਿ ਰਹੇ ਹੋ ਰਿਪਬਲਿਕ ਆਫ ਭਾਰਤ ਕਰ ਦਿਓ, ਫਿਰ ਤੁਸੀਂ 10 ਸਾਲ ਬਾਅਦ ਰਿਪਬਲਿਕ ਆਫ ਇੰਡੀਆ ਤੇ ਆ ਜਾਓਗੇ, ਬਿਕੋਜ਼ ਉਸ ਵਕਤ ਬੀਜੇਪੀ ਨਹੀਂ ਹੋਏਗੀ ਪਾਵਰ ਦੇ ਵਿੱਚ, ਜਾਂ 5 ਸਾਲ ਬਾਅਦ, ਜਾਂ ਹੋ ਸਕਦਾ ਸਾਲ ਬਾਅਦ, ਤੇ ਉਸ ਵਕਤ ਕੋਈ ਹੋਰ ਪਾਰਟੀ ਹੋਏਗੀ ਤੇ ਉਹ ਆਪਣੇ ਹਿਸਾਬ ਨਾਲ ਕਰ ਦੇਗੀ। ਕੱਲ ਨੂੰ ਕੋਈ ਐਸੀ ਪਾਰਟੀ ਆ ਜਾਏਗੀ ਜਿਹਨੂੰ ਇਹ ਦੋਨੇ ਨਾ, ਤਿੰਨੋਂ ਨਾ ਪਸੰਦ ਨਹੀਂ, ਭਾਰਤ ਵੀ ਪਸੰਦ ਨਹੀਂ, ਇੰਡੀਆ ਵੀ ਪਸੰਦ ਨਹੀਂ, ਹਿੰਦੁਸਤਾਨ ਵੀ ਪਸੰਦ ਨਹੀਂ। ਸੋ ਐਵੇਂ ਤਾਂ ਨਹੀਂ ਚੱਲਦਾ, ਮੁਲਕ ਨਹੀਂ ਐਵੇਂ ਚੱਲ ਸਕਦਾ। ਦਿਸ ਇਜ਼ ਨਾਟ ਦ ਵੇ ਇਟ ਸ਼ੁੱਡ ਬੀ ਹੈਪਨਿੰਗ। ਐਂਡ ਅਨਫੋਰਚੂਨੇਟ ਬਿਟ ਇਜ਼ ਕਿ ਅਸੀਂ ਇੰਨੇ ਪ੍ਰੈਸਿੰਗ ਬਰਨਿੰਗ ਇਸ਼ੂਜ਼ ਨੂੰ ਛੱਡ ਕੇ ਸਾਡਾ ਧਿਆਨ ਇਹਨਾਂ ਚੀਜ਼ਾਂ ਤੇ ਲੱਗਾ ਹੋਵੇ, ਨਾ ਕੀ ਹੈਗਾ। जैसे ये आर्गुमेंट हमेशा दिया जाता है कि ये गेम चेंजिंग सरकार नहीं है, ये नेम चेंजिंग सरकार है ना। तो इनका बस एक वन स्टॉप सोल्यूशन है कि भाई नाम बदल लो। इलाहाबाद का नाम बदल के प्रयागराज कर दिया, औरंगाबाद का नाम बदल के छत्रपति संभाजी नगर कर दिया, और ऐसे बहुत से एग्जाम्पल्स हैं। अब पूरे देश के नाम को चेंज करने की बात कर रहे हैं। तो एक जो मुझे लगता है, मैं इसमें आपकी अच्छा ਨਾਂ ਚੇਂਜ ਨਹੀਂ ਹੈ ਵੈਸੇ, ਇੰਡੀਆ ਦਾ ਨਾਂ ਤਾਂ ਭਾਰਤ ਹੈ ਹੀ ਹੈ ਵੈਸੇ। ਬਿਲਕੁਲ ਹੈ, ਉਹਦੇ 'ਚ ਕੋਈ ਦੁਵਿਧਾ ਨਹੀਂ ਹੈ ਕਿ ਸਿਰਫ ਇੰਡੀਆ ਦਾ ਨਾਂ ਭਾਰਤ ਹੈ। ਜੀ ਜੀ ਜੀ। ਬਟ ਇੰਡੀਆ ਨੂੰ ਤੁਸੀਂ ਹਟਾਉਣ ਦਾ ਕੀ ਲੌਜਿਕ ਹੈ? ਵੀ ਉਹ ਅੰਗਰੇਜ਼ੀ ਦਾ ਸ਼ਬਦ ਹੈ, ਇਸ ਵਾਸਤੇ ਤੁਹਾਨੂੰ ਪ੍ਰੋਬਲਮ ਹੈ? हाँ, ਜਾਂ ਆਪੋਜੀਸ਼ਨ ਨੇ ਰੱਖ ਲਿਆ? ਇਹ ਤਾਂ ਹੋਰ ਵੀ ਵੱਡਾ ਹੀ। हाँ, तो ऑपोजिशन के मुताबिक तो यही है, और मुझे भी जैसे देख के तो यही समझ में आ रहा है कि जिस दिन इंडिया अलायंस का नाम बना, उसके अगले दिन ही जब बीजेपी का इंटरनल मीटिंग हुआ, तब प्राइम मिनिस्टर ने, वो डायरेक्ट उसमें रिपोर्टेड तो कुछ नहीं था, लेकिन जो अटेंडीज थे उनकी जानिब से ये बताया गया कि प्राइम मिनिस्टर ने नॉन स्टॉप भारत भारत लफ्ज़ का इस्तेमाल किया। उनके चीफ मिनिस्टर्स अलग अलग स्टेट्स में, उन लोगों ने भी ट्विटर पे बायो अपडेट कर दिया, इंडिया से भारत कर दिया था। तो इससे तो साफ जाहिर होता है कि वहाँ पे एक कनेक्शन है। लेकिन जो मुझे लगता है, मैं इसमें आपकी राय जानना चाहूँगा कि कुछ चीज़ें जो थी, जो हैं, जो सेटल चीज़ें हैं, कि ये डिबेट्स कॉन्स्टिट्यूएंट असेंबली में हुए थे कि क्या नाम होना चाहिए, तो इसीलिए जो है सारे पार्टीज़ को खुश करने के लिए इंडिया दैट इज़ भारत शैल बी ए यूनियन ऑफ स्टेट्स, ये फर्स्ट आर्टिकल इंडियन कॉन्स्टिट्यूशन का ये तय हो गया। तो इंटरचेंजेबली इस्तेमाल होता है, लेकिन ऑफिशियल कम्युनिकेशन में हमने देखा, और इंटरनेशनल कम्युनिकेशन में खास करके, कि इंडिया नाम इस्तेमाल होता है। इसका इंस्टेंट रिकॉल है, ब्रांड एक तरह से ब्रांड नेम भी है। तो क्या ये सेटल चीज़ों को दोबारा उछालने की कोशिश हो रही है? क्या आपको लग रहा है कि ਉਹ ਤਾਂ ਹੈ ਹੀ ਹੈ? ਹਾਂ, ਉਹਦੇ 'ਚ ਤਾਂ ਹੈ ਹੀ ਹੈ, ਲੇਕਿਨ ਦੇਖੋ ਤੁਸੀਂ ਦੇਖੋ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸੈਂਕੜਾਂ ਦੀ ਗਿਣਤੀ ਦੇ ਵਿੱਚ ਅਮੈਂਡਮੈਂਟਸ ਹੋਈਆਂ ਨੇ, ਐਂਡ ਵੀ ਫੀਲ ਕਿ ਜਦੋਂ ਕਨਸਟੀਟਿਊਸ਼ਨ ਇਜ਼ ਅ ਡਾਇਨਾਮਿਕ ਕਨਸਟੀਟਿਊਸ਼ਨ, that's how the constituent makers or the people who conceived it, they thought it to be so। ਹਾਂ, ਉਹਨਾਂ ਨੇ ਇਹੀ ਸੋਚਿਆ ਕਿ ਇੱਕ ਡਾਇਨਾਮਿਕ ਕਨਸਟੀਟਿਊਸ਼ਨ ਹੈ ਜਿਹਦੇ ਵਿੱਚ ਬਦਲਾਅ ਹੋਣਗੇ। ਸੋ ਤੁਸੀਂ ਜੇ ਕਦੇ ਵੀ ਤੁਹਾਨੂੰ ਲੱਗਦਾ ਤੁਸੀਂ ਉਹਦੇ 'ਚ ਅਮੈਂਡਮੈਂਟ ਲੈ ਕੇ ਆਉਂਦੇ, ਉੱਤੇ ਸੈਂਕੜਾਂ ਦੀ ਗਿਣਤੀ 'ਚ ਅਮੈਂਡਮੈਂਟ ਹੋ ਗਏ, ਤੇ ਬੜੇ ਚੰਗੇ ਅਮੈਂਡਮੈਂਟ ਵੀ ਹੋਏ। ਲੇਕਿਨ ਤੁਸੀਂ ਅਮਰੀਕਾ ਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹਦਾ ਤੁਹਾਨੂੰ ਪਤਾ ਕਨਸਟੀਟਿਊਸ਼ਨ ਕਿੱਡਾ ਵੱਡਾ ਹੈ, ਛੋਟਾ ਹੈ? ਇਟਸ ਹਾਰਡਲੀ 7 to 8 ਆਰਟੀਕਲਸ ਬੇਸਿਕਲੀ। ਅਮਰੀਕਾ ਦਾ ਕਨਸਟੀਟਿਊਸ਼ਨ ਦੁਨੀਆ ਦੇ ਮੈਨੂੰ ਲੱਗਦਾ ਸਭ ਤੋਂ ਛੋਟੇ ਕਨਸਟੀਟਿਊਸ਼ਨ ਦੇ ਵਿੱਚੋਂ ਇੱਕ ਹੈ, ਬਟ ਦੇ ਆਰ ਸੋ ਸਟ੍ਰਿਕਟ ਵਿਦ देयर ਕਨਸਟੀਟਿਊਸ਼ਨ ਕਿ ਉਹਦੇ 'ਚ ਬਦਲਾਅ ਨਹੀਂ ਹੋਏ। देयर हैवंट बीन एनी मेजर अमेंडमेंट्स। मेजर की अमेंडमेंट्स ਉਹਨੂੰ 10 ਵਾਰ ਸੋਚਣਾ ਪੈਂਦਾ। ਇੱਕ ਹਥਿਆਰਾਂ ਦਾ ਦੇਖੋ ਕਿੰਨਾ ਮਾਰੂ ਹਥਿਆਰ ਨੇ ਆ ਜਿਹੜੇ ਲੋਕਾਂ ਕੋਲ ਗਨ ਲਾਜ਼ ਹੈਗੇ ਨੇ, ਬੜੇ ਲਿਬਰਲ ਨੇ ਉੱਥੇ ਗਨ ਲਾਜ਼। ਲੋਕਾਂ ਦੀ ਮੈਸ ਕਿਲਿੰਗਸ ਹੁੰਦੀਆਂ ਨੇ, ਸ਼ੂਟਿੰਗਸ ਹੁੰਦੀਆਂ ਨੇ, ਲੇਕਿਨ ਉਹਨਾਂ ਦੇ ਸੰਵਿਧਾਨ ਦਾ ਇੱਕ ਆਰਟੀਕਲ ਵਿੱਚ ਫਸਿਆ ਹੋਇਆ ਹੈ। ਸੋ ਆਰਟੀਕਲ ਦਾ ਹਵਾਲਾ ਦੇ ਕੇ ਉਹ ਕਾਨੂੰਨ ਨਹੀਂ ਬਦਲ ਪਾ ਰਹੇ, ਜਦੋਂ ਕਿ ਹਰ ਚੌਥੇ ਦਿਨ ਅਮਰੀਕਾ ਦੇ ਵਿੱਚ ਮੈਸ ਕਿਲਿੰਗਸ ਹੋ ਰਹੀਆਂ ਨੇ। ਠੀਕ ਹੈ ਨਾ? ਸੋ ਜਿਹੜੀ ਸੈਂਕਟਿਟੀ ਹੈ ਆਰਟੀਕਲ ਦੀ, ਹੁਣ ਜੇ ਇਮੈਜਿਨ ਕਰੋ ਕੱਲ੍ਹ ਵਿੱਚ ਡੋਨਲਡ ਟਰੰਪ ਵਰਗਾ ਕੋਈ ਰਾਸ਼ਟਰਪਤੀ ਆ ਕੇ ਉੱਥੇ ਅਮਰੀਕਾ ਦੇ ਵਿੱਚ ਉਹਨਾਂ ਦਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੇ। ਦੇ ਆਰ ਵੈਰੀ ਸਟ੍ਰਿਕਟ ਅਬਾਊਟ ਦੇਅਰ ਕਨਸਟੀਟਿਊਸ਼ਨ। ਛੋਟਾ ਕਨਸਟੀਟਿਊਸ਼ਨ ਹੈ, ਲਿਮਿਟਿਡ ਕਨਸਟੀਟਿਊਸ਼ਨ ਹੈ, ਲੇਕਿਨ ਜਿਹੜੀ ਉਹਦੀ ਫੰਡਾਮੈਂਟਲ ਵੈਲਿਊਜ਼ ਨੇ ਉਹ ਨਹੀਂ ਬਦਲ ਸਕਦੀਆਂ। ਜੇ ਸੈਕੂਲਰਿਜ਼ਮ ਇੱਕ ਵੈਲਿਊ ਹੈ ਉਹਦੇ 'ਚ, ਤਾਂ ਉਹ ਸਿਸਟਮ ਬਦਲੇਗਾ ਨਹੀਂ।
ਠੀਕ ਹੈ ਨਾ। ਉਹ ਚੀਜ਼ ਦੇਖੋ, ਇਹ ਚੀਜ਼ਾਂ ਕਨਸਟੀਟਿਊਸ਼ਨ ਦੀ ਜਿਹੜੀ ਫੈਬਰਿਕ ਹੈ ਨਾ, ਉਹਨੂੰ ਤੁਸੀਂ ਬਦਲ ਨਹੀਂ ਸਕਦੇ। ਜਿਵੇਂ ਕਹਿੰਦੇ ਕੱਪੜੇ ਦੀ ਤੁਸੀਂ ਕੁਆਲਿਟੀ ਨਹੀਂ ਬਦਲ ਸਕਦੇ ਹੋ। ਠੀਕ ਹੈ, ਤੁਸੀਂ ਉਹਦਾ ਰੰਗ ਉਹਨੂੰ ਡਾਈ ਕਰ ਲਓ, ਲੇਕਿਨ ਤੁਸੀਂ ਕਹੋ ਜੀ ਨਹੀਂ ਮੈਂ ਹੁਣ ਤਾਂ ਇਹਨੂੰ ਇਹਦਾ ਪੂਰਾ ਦਾ ਪੂਰਾ ਕਿਰਦਾਰ ਬਦਲ ਦਾਂਗਾ, ਇਹਦਾ ਸ਼ੇਡ ਬਦਲ ਦਾਂਗਾ। ਮੈਨੂੰ ਲੱਗਦਾ ਭਾਰਤ ਦੇ ਵਿੱਚ ਇਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਸਾਡੇ ਲਈ ਤਾਂ ਭਾਰਤ ਹੈ, ਇੰਡੀਆ ਹੈ, ਹਿੰਦੁਸਤਾਨ ਹੈ, ਸਾਰੇ ਸੇਮ ਹੈ। ਕੁਝ ਲੋਕ ਕਹਿੰਦੇ ਨੇ ਜੀ ਭਾਰਤ ਕਹੋ, ਹਿੰਦੁਸਤਾਨ ਨਾ ਕਹੋ, ਇੰਡੀਆ ਕਹੋ। ਮੈਨੂੰ ਤਾਂ ਬੜੀਆਂ ਬੇਚਕਾਨੀਆਂ ਜੀ ਗੱਲਾਂ ਲੱਗਦੀਆਂ ਨੇ, ਕੀ ਕਹਿਣਾ ਕੀ ਨਹੀਂ ਕਹਿਣਾ। ਦੇ ਆਰ ਸਿੰਪਲੀ ਵਾਟਸ देयर इन अ नेम। ਤੁਹਾਡੇ ਮਾਪਿਓ ਨੇ ਤੁਹਾਡਾ ਨਾਮ ਮਨੀਮੁਕਤ ਰੱਖਤਾ, ਮੇਰੇ ਮਾਪਿਓ ਨੇ ਮੇਰਾ ਨਾਮ ਰਿਤੇਸ਼ ਰੱਖਤਾ, ਕੁਝ ਹੋਰ ਵੀ ਰੱਖ ਸਕਦੇ ਸੀਗੇ। ਤੇ ਜੇ ਰਿਤੇਸ਼ ਨਾ ਹੋ ਕੇ ਕੁਝ ਹਿਤੇਸ਼ ਹੁੰਦਾ ਤਾਂ ਉਹਦੇ ਨਾਲ ਕੀ ਫਰਕ ਪੈ ਜਾਣਾ ਸੀਗਾ। ਆਈ ਵੁੱਡ ਹੈਵ ਬੀਨ ਦ ਸੇਮ, ਮੇਰੀ ਜੋ ਗਰੂਮਿੰਗ ਹੈ, ਜਿਹੜਾ ਮੇਰਾ ਉਹ ਹੈਗਾ। ਸੋ ਪੁਆਇੰਟ ਇਜ਼ ਕਿ ਵਾਟਸ देयर इन अ नेम। ਦੂਸਰਾ ਹੈ ਵੀ ਜਿਹੜੇ ਆਪੋਜੀਸ਼ਨ ਨੇ, ਜਿਵੇਂ ਤੁਸੀਂ ਕਿਹਾ ਵੀ ਇੰਡੀਆ ਅਲਾਇੰਸ ਉਹਨਾਂ ਨੇ ਰੱਖ ਲਾ। ਸੋ ਠੀਕ ਹੈ, ਉਹਨਾਂ ਨੇ ਮੇਬੀ ਉਹਨਾਂ ਨੂੰ ਕੁਝ ਆਈਡੀਆ ਸੀ ਇਸ ਚੀਜ਼ ਬਾਰੇ। ਇਟ ਹੈਜ਼ ਨਾਟ ਹੈਪਨ ਲਾਈਕ ਦੈਟ। ਆਪੋਜੀਸ਼ਨ ਨੇ ਵੀ ਉਹਨੂੰ ਜਿਹਨੂੰ ਕਹਿੰਦਾ ਪ੍ਰੀਐਮਪਟ ਕਰਕੇ ਇਹ ਕੰਮ ਕੀਤਾ। ਉਹਨਾਂ ਦੇ ਮਾਈਂਡ 'ਚ ਇਹ ਚੀਜ਼ ਹੋਏਗੀ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਇਨਪੁਟ ਹੋਏਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਰਨ ਜਾ ਰਹੇ ਨੇ। ਸੋ ਉਹਨਾਂ ਨੇ ਪ੍ਰੀਐਮਪਟ ਕਰਕੇ ਆਪਣੇ ਅਲਾਇੰਸ ਨੂੰ ਇਸ ਤਰੀਕੇ ਦੇ ਨਾਲ ਕੀਤਾ, ਸੋ ਦੈਟ ਕਿ ਉਸ ਤੋਂ ਬਾਅਦ ਸਾਰੀ ਦੀ ਸਾਰੀ ਗੱਲਬਾਤ ਹੋਵੇ। ਸੋ ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਦੇ ਨਾਲ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਪਰ ਉਹਦੇ ਨਾਲ ਵੀ ਕੀ ਫਰਕ ਪੈਂਦਾ ਜੇ ਕਿ ਆਪੋਜੀਸ਼ਨ ਨੇ ਆਪਣੇ ਆਪ ਨੂੰ ਇੰਡੀਆ ਕਹਿਤਾ ਤਾਂ ਇੰਡੀਆ ਹੋ ਤਾਂ ਨਹੀਂ ਨਾ ਗਿਆ। ਐਟ ਦ ਐਂਡ ਆਫ ਦ ਡੇ ਇੰਡੀਆ ਤਾਂ ਉਹੀ ਹੈ ਜੋ ਇੰਡੀਆ ਹੈ। ਬਿਲਕੁਲ। ਦੂਸਰਾ ਜਿਹੜਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਕਿ ਜਦੋਂ ਤੁਸੀਂ ਦੇਸ਼ ਦੇ ਵਿੱਚ ਕੋਈ ਵੀ ਸਰਕਾਰ ਬਣਦੀ ਹੈ, ਪ੍ਰਾਈਮ ਮਿਨਿਸਟਰ ਬਣਦਾ ਹੈ, ਤੁਹਾਨੂੰ ਚੁਣ ਕੇ ਥੰਪਿੰਗ ਮੈਜੋਰਿਟੀ ਦੇ ਨਾਲ ਪਾਰਲੀਮੈਂਟ 'ਚ ਬਹੁਮਤ ਦੇ ਨਾਲ ਭੇਜਿਆ ਜਾਂਦਾ, ਤੁਸੀਂ ਸਰਕਾਰ ਬਣਦੇ ਹੋ। ਤੁਸੀਂ ਉੱਥੇ ਸਰਕਾਰ ਹੋ ਤੇ ਕਸਟੋਡੀਅਨ ਹੋ। ਯੂ ਆਰ ਅ ਕਸਟੋਡੀਅਨ ਆਫ ਦ ਕਨਸਟੀਟਿਊਸ਼ਨ ਐਂਡ ਯੂ ਆਰ ਕਸਟੋਡੀਅਨ ਆਫ ਦ ਗਵਰਨਮੈਂਟ ਐਂਡ ਲੋਕਾਂ ਦੇ ਵਿੱਚ ਜਿਹੜੀ ਤੁਹਾਡੇ 'ਚ ਸ਼ਕਤੀ ਦਿੱਤੀ ਹੈ, ਤੁਹਾਡੇ 'ਚ ਰੀਪੋਜ਼ ਕੀਤਾ, ਫਿਰ ਤੁਸੀਂ ਉਸਦੇ ਕਸਟੋਡੀਅਨ ਹੋ। ਤੁਸੀਂ ਉੱਥੇ ਮਠਾਧੀਸ਼ ਬਣ ਕੇ ਉੱਥੇ ਦੇ ਪ੍ਰਧਾਨ ਨਹੀਂ ਬਣ ਸਕਦੇ। ਤੁਸੀਂ ਕਹੋ ਜੀ ਮੈਂ ਤਾਂ ਮਾਲਕ ਨਹੀਂ ਹੈ। ਯੂ ਆਰ ਨਾਟ ਓਨਿੰਗ ਦਿਸ ਕੰਟਰੀ। ਤੁਹਾਨੂੰ ਇੱਕ ਟਰਮ ਲਈ ਤੁਹਾਨੂੰ ਉੱਥੇ ਬਿਠਾਇਆ ਗਿਆ ਹੈ। ਇਸ ਮੁਗਾਲਤੇ 'ਚ ਬਹੁਤ ਲੋਕ ਰਹਿ ਲਏ। ਇਸ ਤੋਂ ਪਹਿਲਾਂ ਇੱਕ ਸਮੇਂ ਆਇਆ ਸੀ ਜਦੋਂ ਇੰਦਰਾ ਗਾਂਧੀ ਨੂੰ ਵੀ ਇਹ ਚੀਜ਼ ਹੋ ਗਈ ਸੀ ਕਿ इंदिरा इज इंडिया एंड इंडिया इज इंदिरा। याद है तब समय? हाँ, बिल्कुल। देवकांत बरुआ ने बोला था, जो कांग्रेस के प्रेसिडेंट थे उस टाइम पे, उन्होंने बोला था। सो ਜਦੋਂ ਆ ਚੀਜ਼ ਆ ਗਈ ਨਾ, ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਤਾਂ ਉਹ ਫਿਰ ਜਦੋਂ ਦਿਮਾਗ ਖਰਾਬ ਹੁੰਦਾ, ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਐਮਰਜੈਂਸੀ ਲਾਈ, ਮਤਲਬ ਕੀ ਕੁਝ ਨਹੀਂ ਹੱਦਾਂ ਪਾਰ ਕੀਤੀ ਇੰਦਰਾ ਗਾਂਧੀ ਨੇ। ਐਂਡ ਕੌਨਸੀਕੁਐਂਸਿਸ ਵੀ ਕੀ ਨਿਕਲੇ। ਸਾਲ ਡੇਢ ਸਾਲ ਦੇ ਵਿੱਚ ਹੀ ਕਿਸੇ ਨੂੰ ਨਹੀਂ ਚੱਲਿਆ ਇਸ ਮੁਲਕ ਦੇ। ਇਹ ਨਾ ਸੋਚੋ ਵੀ ਇੱਕ ਦੌਰ ਹੁੰਦਾ, ਇੱਕ ਫੇਜ਼ ਹੁੰਦਾ, ਠੀਕ ਹੈ ਨਾ। ਉਸ ਦੌਰ ਤੋਂ ਬਾਅਦ ਤਾਂ ਲੋਕ ਚੰਗੇ ਚੰਗੇ ਲੀਡਰ ਨੂੰ ਝਾੜ ਕੇ ਬਿਠਾ ਦਿੰਦੇ ਨੇ। ਕੋਈ ਇਤਿਹਾਸ ਗਵਾਹ ਹੈ, ਉਸ ਵਕਤ ਇੰਦਰਾ ਗਾਂਧੀ ਤੋਂ ਵੱਡਾ ਤਾਂ ਕੋਈ ਨਹੀਂ ਸੀਗਾ। ਵੱਡੀਆਂ ਜੰਗਾਂ ਉਸਨੇ ਜਿੱਤ ਲੀਆਂ, ਪਾਕਿਸਤਾਨ ਤੋਂ ਜੰਗਾਂ ਜਿੱਤ ਕੇ ਐਂ ਲੱਗ ਰਿਹਾ ਸੀ ਕਿ ਇਹਦੇ ਵਰਗੀ ਤਾਂ ਆਇਰਨ ਲੇਡੀ ਕੋਈ ਨਹੀਂ। ਲੇਕਿਨ ਜਦੋਂ ਉਸਨੇ ਆਪਣਾ ਦੂਸਰਾ ਰੂਪ ਦਿਖਾਇਆ, ਲੋਕਾਂ ਨੇ ਰਿਜੈਕਟ ਕਰਕੇ ਪਾਸੇ ਮਾਰਿਆ। ਨਾ ਸਿਰਫ ਐਮਰਜੈਂਸੀ ਹਟਵਾਈ, ਇਲੈਕਸ਼ਨਾਂ ਦੇ ਵਿੱਚ ਸੁਪੜਾ ਸਾਫ਼ ਕਰਕੇ ਭੇਜਿਆ, ਜਿਸਨੂੰ ਕਹਿੰਦੇ ਖਤਮ ਕਰਕੇ ਭੇਜਿਆ। ਸੋ ਆਹ ਜਿਹੜਾ ਮੁਗਾਲਤਾ ਸੀ ਨਾ ਵੀ ਇੰਦਰਾ ਇਜ਼ ਇੰਦਰਾ, ਇੰਡੀਆ ਇਜ਼ ਇੰਦਰਾ, ਸੋ ਉਵੇਂ ਦੀ ਇਸ ਵਕਤ ਮਾਨਸਿਕਤਾ ਇੱਥੇ ਨਜ਼ਰ ਆ ਰਹੀ ਹੈ ਵੀ ਲੱਗਦਾ ਵੀ ਮੈਨੂੰ ਜੇ ਜਿੱਤ ਕੇ ਦੇਸ਼ ਦਾ ਨੇਤਾ ਬਣਾ ਕੇ ਬਿਠਾਤਾ ਗਿਆ ਤਾਂ ਮੈਂ ਕਿਤੇ ਨਾ ਕਿਤੇ ਇਹਦਾ ਮਾਲਕ ਹੋ ਗਿਆ। ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਐਂਡ ਇਸ ਚੀਜ਼ ਤੋਂ ਇਨਸਿਕਿਉਰਿਟੀ ਵੀ ਨਹੀਂ ਹੋਣੀ ਚਾਹੀਦੀ। ਆਪੋਜੀਸ਼ਨ ਕੀ ਕਰਦੀ ਹੈ, ਕੀ ਨਹੀਂ ਕਰਦੀ, ਇੱਕ ਦੂਸਰੇ ਦੀ ਇਹੋ ਜਿਹੀ, ਮਤਲਬ ਉਹ ਦੇਖੋ ਆਪੋਜੀਸ਼ਨ ਦੇ ਵੀ ਮੈਂ ਇਹੀ ਕਹਾਂਗਾ ਵੀ ਇੰਡੀਆ ਦੇ ਨਾਂ ਨਾਲ ਕਿਸੇ ਨੂੰ ਵੀ ਅਲਾਇੰਸ ਬਣਾਉਣ ਦੀ ਲੋੜ ਨਹੀਂ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਤੁਸੀਂ ਰੋਕ ਵੀ ਕਿਵੇਂ ਸਕਦੇ ਹੋ। ਹੁਣ ਇੱਥੇ ਕੋਈ ਚੈਨਲ ਚੱਲਦਾ ਇੰਡੀਆ ਟੀਵੀ, ਇੱਕ ਚੈਨਲ ਚੱਲਦਾ ਇੰਡੀਆ ਨਿਊਜ਼। ਮੈਨੂੰ ਤਾਂ ਚਿੰਤਾ ਹੋ ਗਈ ਹੁਣ ਉਹਨਾਂ ਦਾ ਕੀ ਹੋਏਗਾ। ਇੰਡੀਆ ਟੁਡੇ ਦਾ ਕੀ ਹੋਏਗਾ, ਹੈ ਨਾ, टाइम्स ऑफ इंडिया का की होएगा, है ना। बिल्कुल सही बात है। तो एक किसी ने बहुत अच्छा शेर लिखा था जिसका मिसरा मुझे याद आ रहा है कि इससे पहले जो यहाँ तख्त नशीं था उसको भी अपने खुदा होने का उतना ही यकीन था। बिल्कुल है ना। बहुत अच्छा इस सिचुएशन में भी फिट होता है। लेकिन जैसे क्योंकि आपने इसका जिक्र किया तो मुझे और भी चीज़ें याद आ रही हैं। जैसे अभी हाल ही में नया पार्लियामेंट बिल्डिंग का इनॉग्रेशन हुआ, जिसमें मोदी साहब जो है एक सेंगोल लेके आए, बोला कि भाई चोला राजा इस्तेमाल करते थे, तो राज्य अभिषेक एक तरीके से उनका वो उनके सारे पंडित वगैरह आए, तो एक बड़ा रिलीजियस सेरेमनी, लेकिन जैसे देख के लग रहा था कि जैसे एक सम्राट का राज्य अभिषेक हो रहा है। तो ये एक शायद फिलोसॉफी में भी आ गई है ये बात उनके कि ये अब राजा की तरह ही चलाएंगे, और जो है आप सिटीज़न नहीं, आप शहरी नहीं, आप हमारे सब्जेक्ट्स हैं जो लोग हैं। तो ये भी एक दिख रहा है, मतलब एक पूरे डीएनए को चेंज करने की शायद कोशिश हो रही है कि एक डेमोक्रेटिक रिपब्लिक को एक शायद इलेक्टेड मोनर्की टाइप का कुछ एक ऐसा हो रहा है। ਬਿਯੋਂਡ ਦੈਟ ਚਲੋ ਇਹ ਤਾਂ ਇਹਨਾਂ ਦੀ ਗਲਤ ਫਹਿਮੀਆਂ ਨੇ ਦੂਰ ਹੋ ਜਾਣਗੀਆਂ। ਇਟ ਇਜ਼ ਜਸਟ ਅ ਮੈਟਰ ਆਫ ਟਾਈਮ। ਮੈਂ ਤੈਨੂੰ ਕਹਿੰਦਾ ਕਿ ਸਮੇਂ ਦੀ ਨਜ਼ਾਕਤ ਹੁੰਦੀ ਹੈ। ਸਮਾਂ ਬੜਾ ਬਲਵਾਨ, ਉਹਨੇ ਆਪਣੇ ਆਪ ਦਿਖਾ ਦੇਣਾ ਜਿਹਨੂੰ ਜਿਹਦੀ ਔਕਾਤ ਹੈਗੀ ਹੈ। ਬਟ ਸਿੰਪਲ ਐਜ਼ ਦੈਟ। ਇਹਦੇ 'ਚ ਕੋਈ ਆਪਾਂ ਸੋਚੀਏ ਵੀ ਸਾਲ ਬਾਅਦ ਹੋ ਜਾਵੇ ਜਾਂ 6 ਸਾਲ ਬਾਅਦ ਹੋ ਜਾਏ, ਇਹ ਚੀਜ਼ ਤਾਂ ਹੋਣੀ ਹੈ। ਲੇਕਿਨ ਜਿਹੜੀ ਖਤਰਨਾਕ ਚੀਜ਼ ਹੈ ਉਹ ਹੈ ਸੈਂਟਰਲਾਈਜੇਸ਼ਨ। ਬਿਲਕੁਲ ਰਾਈਟ ਨਾਓ ਆਈ ਐਮ ਮੋਰ ਕੰਸਰਨਡ ਅਬਾਊਟ ਦ ਸੈਂਟਰਲਾਈਜੇਸ਼ਨ ਆਫ ਪਾਵਰ, ਸੈਂਟਰਲਾਈਜੇਸ਼ਨ ਆਫ ਦ ਨੇਸ਼ਨ।
ਦੇਖੋ ਯੂਨੀਅਨ ਤੇ ਯੂਨਿਟੀ ਆਫ ਨੇਸ਼ਨ ਇੱਕ ਸੈਕਰਡ ਕਨਸੈਪਟ, ਅਸੀਂ ਕਹਿੰਦੇ ਵੀ ਇਹ ਉਹੀ ਗੱਲ ਹੈ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਨੀਅਨ ਆਫ ਇੰਡੀਆ ਇੱਕ ਗੁਲਦਸਤਾ, ਯੂਨਿਟੀ ਉਹ ਇੱਕ ਅਲੱਗ ਕਨਸੈਪਟ ਹੈ। ਲੇਕਿਨ ਤੁਸੀਂ ਕੋ ਸੈਂਟਰਲਾਈਜੇਸ਼ਨ, ਸੈਂਟਰਲਾਈਜ਼ਡ ਹੈ, ਸਭ ਪਾਵਰ ਹੈ। ਹੁਣ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਆਪਾਂ ਅਲੱਗ ਚਰਚਾ ਕਰਾਂਗੇ, ਉਹ ਵੀ ਤੁਸੀਂ ਇਹੀ ਕਹਿ ਰਹੇ ਹੋ ਕਿ ਸਾਰੀ ਤਾਕਤ ਸਾਰੀ ਬੇਸਿਕਲੀ ਜਿਹੜੀ ਤੁਸੀਂ ਸ਼ਕਤੀ ਹੈ ਨਾ, ਉਹਦਾ ਇੱਕ ਫਾਊਂਟੇਨ ਹੈਡ ਹੈ। ਇਹ ਕਨਸੈਪਟ ਗਲਤ ਹੈ। ਬਿਲਕੁਲ ਸਹੀ ਬਾਤ। ਇਹ ਜਿਹੜੀ ਅਪਰੋਚ ਹੀ ਗਲਤ ਹੈ ਕਿ ਇੱਕ ਸੈਂਟਰਲ ਚੀਜ਼ ਹੈ ਤੇ ਸੈਂਟਰਲ ਤਾਕਤ ਗਵਰਨ ਕਰਦੀ ਹੈ। ਜਿਹੜੇ ਸਾਡੇ ਸੰਵਿਧਾਨ ਨੂੰ ਬਣਾਉਣ ਵਾਲੇ ਦਾਰਸ਼ਨਿਕ ਸੀਗੇ, ਫਿਲਾਸਫਰ ਸੀਗੇ, ਚਿੰਤਕ ਸੀ, ਉਹਨਾਂ ਨੇ ਕਿਹਾ ਸੀ ਕਿ ਸੈਂਟਰ ਤਾਂ ਕੁਝ ਹੈ ਹੀ ਨਹੀਂ। ਦੇयर इज ਨਥਿੰਗ ਕਾਲਡ ਸੈਂਟਰ। ਇਹ ਮਿਥ ਹੈ। ਇੰਡੀਆ ਕੀ ਹੈ? ਸਟੇਟਸ ਨੇ, ਯੂਨੀਅਨ ਟੈਰੀਟਰੀਜ਼ ਨੇ, ਸਭ ਦੀਆਂ ਆਪਣੀ ਆਪਣੀ ਸਰਕਾਰਾਂ ਨੇ, ਸਭ ਦੇ ਆਪਣੇ ਆਪਣੇ ਸਿਸਟਮ ਨੇ। ਸੋ ਵੇਅਰ ਇਜ਼ ਸੈਂਟਰ? ਸੈਂਟਰ ਤਾਂ ਤੁਸੀਂ ਉਹ ਮਿਥ ਹੈ ਨਾ। ਸੈਂਟਰ ਦੀ ਆਪਣੀ ਜ਼ਮੀਨ ਦੱਸੋ ਕੀ ਹੈ? ਦਿੱਲੀ ਹੈ ਜ਼ਮੀਨ। ਦਿੱਲੀ ਦਾ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹੈ। ਜੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ, ਦਿੱਲੀ ਇਜ਼ ਗਵਰਨਡ ਬਾਈ ਦ ਚੀਫ ਮਿਨਿਸਟਰ। ਜੇ ਆਪਾਂ ਉਸ ਨੂੰ ਪੂਰੀ ਤਾਕਤ ਦਈਏ ਤਾਂ ਅੱਜ ਦਿੱਲੀ ਦਾ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਹੈ। ਸੋ ਈਵਨ ਚਲੋ ਮੰਨ ਲਈਏ ਕਿ ਦਿੱਲੀ ਵੀ ਸੈਂਟਰ ਦੇ ਅਧੀਨ ਆ ਗਈ, ਸੋ ਫਿਰ ਕੱਲੀ ਦਿੱਲੀ ਇੰਡੀਆ ਨਹੀਂ ਹੈਗਾ ਨਾ, ਪੂਰਾ ਭਾਰਤ ਨਹੀਂ ਹੈਗਾ ਉਹਦੇ ਚ ਆ ਜਾਂਦਾ। ਸੋ ਸੈਂਟਰ ਤਾਂ ਇੱਕ ਮਿਥ ਹੈ ਆਪਣੇ ਆਪ ਦੇ ਵਿੱਚ। यूनियन ऑफ स्टेट्स इज अ फैक्ट भी ये गुलदस्ता है, क्योंकि अलग अलग स्टेट प्रोविंसेस जोड़ के भारत बनया है। ये कह रहे हैं कि नहीं एक दे विचों सारे पैदा होए ने, हुणे ਤਾਂ ਉਲਟੀ ਗੰਗਾ ਬਹਿਣੀ ਸ਼ੁਰੂ ਹੋ ਗਈ ਨਾ। ਤੁਸੀਂ ਜਿਹੜਾ ਸਮੇਂ 1947 ਤੋਂ ਲੈ ਕੇ 1950 ਦੇ ਦੌਰਾਨ ਤੁਸੀਂ ਕੀ ਕੁਝ ਕੀਤਾ 3-4 ਸਾਲਾਂ ਦੇ ਵਿੱਚ, ਯੂ ਹੈਡ ਟੂ ਦ ਕੰਸੋਲੀਡੇਸ਼ਨ ਹੋਈ, ਦੇਸ਼ ਦੀ ਕੰਸੋਲੀਡੇਸ਼ਨ ਹੋਈ, ਇਕੱਠਾ ਤੁਸੀਂ ਸਾਰੇ ਅਲੱਗ-ਅਲੱਗ ਪ੍ਰਿੰਸਲੀ ਸਟੇਟਸ ਇਕੱਠੀਆਂ ਕੀਤੀਆਂ, ਹੋਰ ਪ੍ਰੋਵਿੰਸਸ ਇਕੱਠੇ ਕਰਕੇ ਜਿਹੜੇ ਫਾਲਟ ਲਾਈਨ ਸੀ, ਜਿੱਥੇ ਡਿਫਰੈਂਸਿਸ ਸੀ, ਤਮਿਲਨਾਡੂ ਸੀ ਚਾਹੇ ਪੰਜਾਬ ਸੀ, ਉੱਥੇ ਉਹਨਾਂ ਨੂੰ ਰਿਜ਼ੋਲਵ ਕਰਕੇ ਫਾਈਨਲੀ ਤੁਸੀਂ ਇੱਕ ਅਜਿਹੀ ਸਰਦਾਰ ਪਟੇਲ ਨੇ ਇੱਕ ਕੰਟਰੀ ਨੂੰ ਇਕੱਠਾ ਕਰਤਾ, ਵਿਚ ਇਜ਼ ਅ ਗੁੱਡ ਥਿੰਗ। ਉਸ ਮੌਕੇ ਦੇ ਹਿਸਾਬ ਨਾਲ ਬਿਲਕੁਲ ਠੀਕ ਸੀ, ਕਿਉਂਕਿ ਉਸ ਵਕਤ ਜੇ ਤੁਸੀਂ ਤਿੱਤਰ ਬਿੱਤਰ ਹੁੰਦੇ ਤਾਂ ਫਿਰ ਉਹੀ ਕੁਝ ਹੋਣਾ ਸੀ ਜੋ ਬੰਗਲਾਦੇਸ਼ ਦੇ ਨਾਲ ਹੋਇਆ, ਜਾਂ ਕੁਝ ਵੀ ਹੋ ਸਕਦਾ ਹੈ, ਰਾਈਟ। ਸੋ ਵਿਦੇਸ਼ੀ ਤਾਕਤਾਂ ਆਪਣਾ ਰੋਲ ਪਲੇ ਕਰਦੀਆਂ। ਸੋ ਉਸ ਵਕਤ ਦੀ ਲੋੜ ਸੀ, ਉਸ ਵਕਤ ਹੋ ਗਿਆ। ਲੇਕਿਨ ਉਸ ਤੋਂ ਬਾਅਦ ਚੰਗਾ ਭਲਾ ਸੀ 70-80 ਸਾਲ ਚੱਲੇ ਹੈ, ਤੇ ਉਸ ਤੋਂ ਬਾਅਦ ਫਿਰ ਪਿਛਲੇ ਕੁਝ ਸਾਲਾਂ ਤੋਂ ਇਹ ਚੀਜ਼ ਆ ਗਈ ਵੀ ਤੁਸੀਂ ਸੈਂਟਰ ਨੂੰ ਜ਼ਿਆਦਾ ਤਾਕਤਾਂ ਦਿਓ, ਸੈਂਟਰ ਨੂੰ ਮਜ਼ਬੂਤ ਕਰੋ। ਹੁਣ ਵਨ ਨੇਸ਼ਨ ਵਨ ਟੈਕਸ ਆ ਗਿਆ, ਠੀਕ ਹੈ ਨਾ। GST ਲਾਤਾ, ਤੁਸੀਂ ਕੰਗਾਲ ਕਰਕੇ ਰੱਖਤੇ। ਸਟੇਟਾਂ ਤਾਂ ਕੰਗਾਲ ਨੇ ਅੱਜ, ਦੇ ਡੋਂਟ ਹੈਵ ਐਨੀਥਿੰਗ। ਉਹਨਾਂ ਨੂੰ ਸ਼ੇਅਰ ਨਹੀਂ ਮਿਲ ਰਹੇ, ਬਕਾਇਆ ਨਹੀਂ ਮਿਲ ਰਹੇ, ਸਾਰਾ ਟੈਕਸ ਕਲੈਕਸ਼ਨ ਸੈਂਟਰ ਲੈ ਲੈਂਦੀ ਹੈ। ਉਸ ਤੋਂ ਬਾਅਦ ਇਹਨਾਂ ਨੂੰ ਖਿਰਾਤਾਂ ਵਾਂਗ ਵੰਡਦੇ ਨੇ। ਦੱਸੋ ਤੁਸੀਂ ਕਲੈਕਸ਼ਨ ਕਿੱਥੋਂ ਕਰ ਰਹੇ ਹੋ? ਠੀਕ ਹੈ ਨਾ। ਕਿਸੇ ਸਟੇਟ ਚੋਂ ਕਲੈਕਸ਼ਨ ਹੁੰਦੀ ਹੈ, ਉਹ ਰਾਜਸਵ ਦਾ ਤਾਂ ਸਰਕਾਰ ਫਿਰ ਕਾਹਦੀ ਰਹੇਗੀ? ਇਹ ਤਾਂ ਆਹਿਸਤਾ ਆਹਿਸਤਾ ਤੁਸੀਂ ਦੇਖੋ, ਇਟਸ ਅ ਵੈਰੀ ਮਤਲਬ ਇਹਦੇ ਵਿੱਚ ਹੋਰ ਵੀ ਸਰਕਾਰਾਂ, ਮੈਂ ਇਹ ਨਹੀਂ ਕਹਾਂਗਾ ਜਿਹੜੀ ਇਸ ਤੋਂ ਪਹਿਲਾਂ ਦੀ ਕਾਂਗਰਸ ਸਰਕਾਰ ਸੀ ਉਹ ਮੈਂ ਨਹੀਂ ਸੋਚ ਰਹੀ ਸੀ। ਮਤਲਬ ਆ GST ਦਾ ਜਿਹੜਾ ਕਨਸੈਪਟ ਤਾਂ ਸ਼ੁਰੂ ਤਾਂ ਮਨਮੋਹਨ ਸਿੰਘ ਦੇ ਸਮੇਂ ਤੋਂ ਕੀਤਾ ਗਿਆ ਸੀ ਨਾ। ਉਹ ਵੱਖਰੀ ਗੱਲ ਹੈ ਕਿ ਉਹਦਾ ਜਦੋਂ ਸਮਾਂ ਆਇਆ, ਉਸ ਚੀਜ਼ ਨੇ ਮੈਚੋਰ ਹੋਣਾ ਸੀ। ਉਸ ਵਕਤ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਅੱਧੀ ਰਾਤੀ ਉੱਥੇ GST ਨੂੰ ਬੜਾ ਵੈਲਕਮ ਕੀਤਾ ਹੈ ਨਾ। ਲੇਕਿਨ ਉੱਥੇ ਐਸੈਂਸ਼ਲੀ ਹੋਇਆ ਕਿ ਸੂਬਿਆਂ ਦੇ ਸਾਰੇ ਅਖਤਿਆਰ ਉਹਨਾਂ ਤੋਂ ਖੁੱਸ ਗਏ। ਬੇਸਿਕਲੀ ਆਰਥਿਕ ਅਖਤਿਆਰ ਉਹ ਬੇਸਿਕਲੀ ਨੰਗ ਹੋ ਗਏ। ਬੇਸਿਕਲੀ ਪੰਜਾਬੀ ਦਾ ਸ਼ਬਦ ਹੈ ਕਿ ਦੇ ਵਰ ਲਿਟਰਲੀ ਯੂ ਨੋ ਸਨੈਚਡ ਆਫ देयर ਆਲ ਫਾਈਨੈਂਸ਼ੀਅਲ ਪਾਵਰਸ ਵਿਚ ਵਰ देयर ਮੇਨਸਟੇ। ਹੁਣ ਕਿਸੇ ਸੂਬੇ 'ਚ ਕੋਈ ਤਾਕਤ ਹੈ, ਕਿਸੇ ਸੂਬੇ 'ਚ ਕੋਈ ਤਾਕਤ ਹੈ, ਉਹਦੀ ਆਰਥਿਕਤਾ ਦਾ ਆਧਾਰ ਹੈ। ਲੇਕਿਨ ਹੁਣ ਤਾਂ ਖਤਮ ਹੋ ਗਏ, ਸਾਰੀ ਕਲੈਕਸ਼ਨ ਸੈਂਟਰ ਕੋਲ ਜਾਂਦੀ ਹੈ, ਸੈਂਟਰ ਤੁਹਾਨੂੰ ਏਡ ਦਿੰਦਾ ਹੈ। ਉਹ ਵੀ ਤੁਹਾਡੇ ਕੋਲ ਉਹ ਕਹਿੰਦੇ ਨੇ ਜੀ ਆਪਣੀਆਂ ਸ਼ਰਤਾਂ ਫਿਰ ਉਹਨਾਂ ਦੀਆਂ ਹੈਗੀਆਂ ਨੇ, ਅਸੀਂ ਦਾਂਗੇ ਨਹੀਂ ਦਾਂਗੇ। ਤੁਸੀਂ ਥੋੜ੍ਹੀ मतलब स्टेट की कोई कन्फ्लिक्ट आ जाए तो ਤੁਹਾਡੀ ਕਿਸ਼ਤ ਰੋਕ ਲੈਂਦੇ ਨੇ। नॉन बीजेपी स्टेट्स को मिल नहीं रहा है, उनके ज़्यादा कॉन्फ्लिक्ट्स हैं, कन्फ्लिक्ट्स है या डीलेज ਹੈਗੇ ਨੇ ਹਨਾ, ਖਾਮ-ਖਾ ਪਰੇਸ਼ਾਨ ਕਰਨਾ, ਉਹ ਵੀ ਚੀਜ਼ਾਂ ਰਹਿੰਦੀਆਂ ਨੇ। ਸੋ ਹੁਣ ਉਹ ਖੋਇਆ ਕਿ GST ਤੁਸੀਂ ਇੱਕ ਕਰਤਾ, ਹੁਣ ਤੁਸੀਂ ਕਹਿੰਦੇ ਅਸੀਂ ਇਲੈਕਸ਼ਨ ਇੱਕ ਕਰ ਦੋਗੇ ਨਾ ਦਾ, ਤਾਂ ਮੈਨੂੰ ਲੱਗਦਾ ਬਹੁਤ ਛੋਟੀ ਜੀ ਗੱਲ ਹੈ। ਮਤਲਬ ਇਹ ਠੀਕ ਹੈ ਕਿ ਸਿੰਬੋਲਿਕਲੀ ਇਹ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਸਮਝ ਵਿੱਚ ਆਉਂਦੀਆਂ ਨੇ। ਇੱਕ ਆਮ ਆਦਮੀ ਜੋ ਕਿ ਸੁਣ ਰਿਹਾ ਇਸ ਗੱਲਬਾਤ ਨੂੰ, ਉਹਨੂੰ ਸ਼ਾਇਦ GST ਜਾਂ ਵਨ ਨੇਸ਼ਨ ਵਨ ਇਲੈਕਸ਼ਨ ਦੇ ਵਿੱਚ ਉੱਡਾ ਖਤਰਾ ਮਹਿਸੂਸ ਨਾ ਹੋਵੇ ਜਿੰਨਾ ਉਹਨੂੰ ਅੱਜ ਸ਼ਾਇਦ ਨਾ ਬਦਲਣ ਨਾਲ ਹੋ ਗਿਆ। ਇਹਦਾ ਨਾ ਹੀ ਬਦਲਤਾ, ਜਦ ਕਿ ਮੇਰੇ ਹਿਸਾਬ ਨਾਲ ਚਲੋ ਨੋਮਨਕਲੇਚਰ ਜੇ ਭਾਰਤ ਵੀ ਆ ਗਿਆ, ਮੈਨੂੰ ਭਾਰਤ ਤੋਂ ਵੀ ਕੋਈ ਐਡੀ ਵੱਡੀ ਇਤਰਾਜ਼ ਨਹੀਂ ਹੈ। ਲੇਕਿਨ ਸਵਾਲ ਹੈ ਕਿ ਭਾਰਤ ਕਿਉਂ? ਭਾਰਤ ਤਾਂ ਹੈ, ਇੰਡੀਆ ਨੂੰ ਕਿਉਂ ਤੁਸੀਂ ਐਲੀਮੀਨੇਟ ਕਰ ਰਹੇ ਹੋ? ਕੀ ਆਪੋਜੀਸ਼ਨ ਦੇ ਕਰਕੇ ਕਰ ਰਹੇ ਹੋ? ਮਤਲਬ ਆਰ ਦੀਜ਼ ਦ ਫੈਕਟਰਸ ਜੇ ਤੁਹਾਡੇ ਮਾਈਂਡ ਦੇ ਉੱਤੇ ਇਹ ਚੀਜ਼ਾਂ ਹੈਗੀਆਂ ਨੇ ਜਿਸ ਕਰਕੇ ਤੁਸੀਂ ਪੂਰਾ ਨੋਮਨਕਲੇਚਰ ਬਦਲ ਰਹੇ ਹੋ? ਤੁਹਾਡੀ ਆਈਡੀਓਲੋਜੀ ਜਿਹੜੀ ਹੈਗੀ RSS ਦੀ ਆਈਡੀਓਲੋਜੀ, ਉਸ ਦੇ ਹਿਸਾਬ ਨਾਲ ਤੁਸੀਂ ਦੇਸ਼ ਨੂੰ ਢਾਲਣਾ ਚਾਹੁੰਦੇ ਹੋ। RSS ਦੀ ਆਈਡੀਓਲੋਜੀ ਤੁਹਾਡੀ ਮੇਰੀ ਆਈਡੀਓਲੋਜੀ ਨਹੀਂ ਹੋ ਸਕਦੀ ਨਾ, ਕਿਸੇ ਹੋਰ ਵਿਅਕਤੀ ਦੀ ਆਈਡੀਓਲੋਜੀ ਨਹੀਂ ਹੋ, ਸਾਡੀ ਸੋਚ ਨਹੀਂ ਹੋ ਸਕਦੀ, ਅਸੀਂ ਨਹੀਂ ਰਲਦੇ ਉਹਦੇ ਨਾਲ। ਠੀਕ ਹੈ, ਜਿੱਥੇ ਤੱਕ ਸਾਡੇ ਦੇਸ਼ ਦਾ ਇੱਕ ਕਾਮਨ ਇੰਟਰਸਟ ਹੈ, ਵੀ ਫੀਲ ਕਿ ਜੇ RSS ਦੇਸ਼ ਦੇ ਪੱਖ 'ਚ ਸੋਚਦੀ ਹੈ ਤਾਂ ਚੰਗੀ ਗੱਲ ਹੈ। ਆਮ ਹੈਪੀ ਐਜ਼ ਲੌਂਗ ਐਜ਼ ਦੇ ਥਿੰਕ ਇਨ ਦ ਫੇਵਰ ਆਫ ਦ ਕੰਟਰੀ। ਲੇਕਿਨ ਜਿੱਥੇ ਲੱਗੇਗਾ ਕਿ ਨਹੀਂ ਇਹ ਬਿਯੋਂਡ ਜਾ ਰਹੇ ਨੇ, ਇਹ ਨਹੀਂ ਨਾਗਵਾਰਾ ਹੈ, ਉੱਥੇ ਸਾਡੇ ਹਿਸਾਬ ਨਾਲ ਦੈਟ ਇਜ਼ ਨਾਟ ਵਾਟ ਵੀ ਰਿਪਰੈਜ਼ੈਂਟ, ਦਾ ਵੈਲਿਊ ਸਿਸਟਮ ਜੋ ਅਸੀਂ ਰਿਪਰੈਜ਼ੈਂਟ ਕਰਦੇ ਹਾਂ, ਉੱਥੇ ਸਾਨੂੰ ਉਹ ਚੀਜ਼ ਨਹੀਂ ਚਾਹੀਦੀ। ਲੇਕਿਨ ਜੇ ਉसी ਆਈਡੀਓਲੋਜੀ ਦੇ ਹਿਸਾਬ ਨਾਲ ਅੱਗੇ ਵਧਣਾ ਚਾਹ ਰਿਹਾ, ਸੋ ਇਹ ਤਾਂ ਦੇਸ਼ ਦਾ ਮਤਲਬ ਦੁਖਾਂਤ ਵੀ ਹੈ ਤੇ ਇਟ ਇਜ਼ ਅ ਮਿਸਫੋਰਚੂਨ ਫॉर द ਕੰਟਰੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਚੱਕਰਾਂ ਦੇ ਵਿੱਚ, ਨੋਮਨਕਲੇਚਰ ਦੇ ਉੱਤੇ ਡਿਬੇਟਸ ਵਿਚ ਇਜ਼ ਦ ਵਰਥਲੈਸ ਡਿਬੇਟ।
ਮੈਨੂੰ ਤਾਂ ਸ਼ਹਿਰਾਂ ਦੇ ਨਾਂ ਬਦਲਣ ਦੀ ਜਿਹੜੀ ਡਿਬੇਟ ਦੇ ਵਿੱਚ ਮੈਨੂੰ ਸੜਕਾਂ ਦੇ ਨਾਂ ਬਦਲ ਦਿਓ, ਮਾਰਗਾਂ ਦੇ ਨਾਂ ਬਦਲ ਦਿਓ, ਸ਼ਹਿਰਾਂ ਦੇ ਨਾਂ ਬਦਲ ਦਿਓ। आई मीन व्हाट इज दिस, किधर आप की आप करना चाह रहे हैं? और ये नाम बदल के भी फ़ायदा तो कुछ हुआ नहीं, एक आपका एक्सचेकर का खर्चा बढ़ गया, सारे साइन बोर्ड्स बदलने पड़े। लेकिन आम जबान में अब जैसे मुगल सराय को कोई दीनदयाल उपाध्याय नगर नहीं बोलता है लोकली, है ना, तो आम जबान में जो है जो लोग वहाँ पे रहते हैं वो तो अभी पुराने नाम से ही पुकारते हैं। औरंगाबाद को औरंगाबाद ही बोलते हैं जो लोग वहाँ पे रह रहे हैं, तो इससे ज़्यादा फ़ायदा नहीं पहुँचा। जैसे कनॉट प्लेस राजीव चौक कर दिया गया था, लेकिन कभी लोगों ने राजीव चौक बोला नहीं, सिर्फ मेट्रो स्टेशन का नाम ही है, तो इससे कुछ फ़ायदा नहीं होता। लेकिन अगर हम वहाँ से, एक तो सिम्बॉलिक चीज़ है, लेकिन यहाँ पे एक और चीज़ जैसे आपने इसका जिक्र किया है, लेकिन एक चीज़ जो उभर के आ रही है वो ये कि यूनियन, ये जो फेडरल कैरेक्टर है कॉन्स्टिट्यूशन का या जो सिस्टम ऑफ गवर्नमेंट है, उसमें अब स्टेट्स का बहुत ज़्यादा रोल नहीं रहा है। बिल्कुल नहीं रहा कि अब किसी भी लीडर के विम्स एंड फैंसीज पे आप पूरे मुल्क का नाम बदलने की बात कर रहे हैं। एक तो ये एक मेरा ऑब्जर्वेशन है, साथ ही साथ मेरा आपसे ये सवाल भी है और एक कमेंट भी है कि इतने बड़े पैमाने पे G20 समिट का एडवर्टाइज हुआ है कि भाई मोदी साहब की क़यादत में पहली बार इंडिया को इतने बड़े जो है इवेंट का जो है मेज़बान बनने का मौका मिला। लेकिन जो डेलीगेट्स को प्रेसिडेंट ऑफ भारत के नाम से गए हैं डिनर इनवाइट्स, इससे एक कन्फ्यूजन नहीं पैदा होगा लोगों के जहन में, जो लोग बाहर से आ रहे हैं उनको नहीं लगेगा। मैंने इंटरनेशनल मीडिया का कवरेज देख लिया, उसमें कोई मुझे पॉजिटिव कोई कमेंट नहीं दिखा, हर कोई जो है इसी बारे में बात कर रहा है। तो एक बेकार में आपका इमेज ख़राब करने वाली बात नहीं हो गई यहाँ पे कि आपने अहम टाइम पे आपने ये काम कर दिया। हाँ वो तो है ही है, दैट इज़ अ क्वेश्चन तो है ही, भी आप क्वेश्चन रेज कर सकते हैं। लेकिन देखो विदेश तो आया डेलीगेट की सोचता कहीं नहीं सोचता, ये मैंने लगता एक मिनट ਲਈ ਸਾਈਡ ਤੇ ਰੱਖੀਏ, ਲੈਟਸ ਫੋਰਗੇਟ ਅਬਾਊਟ ਵਾਟ ਅਦਰਸ ਥਿੰਕ। ਅਸੀਂ ਦੇਖੀ ਕਿ ਦੇਸ਼ ਦੇ ਵਿੱਚ ਅਸੀਂ ਕੀ ਸੋਚ ਰਹੇ ਹਾਂ, ਬਿਕੋਜ਼ ਵੀ ਬਿਲੋਂਗ ਟੂ ਇੰਡੀਆ, ਰਾਈਟ। ਅਸੀਂ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਨੂੰ ਅਸੀਂ ਬਿਲੋਂਗ ਕਰਦੇ ਹਾਂ, ਤੇ ਅਸੀਂ ਜੋ ਸੋਚਦੇ ਹਾਂ ਜ਼ਿਆਦਾ ਮਾਇਨੇ ਰੱਖਦਾ। ਠੀਕ ਹੈ, ਉਹਦਾ ਤੁਸੀਂ ਹੁਣ ਟਰੂਡੋ ਸਾਹਿਬ ਗਏ ਹੋਏ ਨੇ, ਇੰਡੀਆ 'ਚ ਪਹੁੰਚੇ ਹੋਏ ਨੇ, ਤੇ ਟਰੂਡੋ ਨੂੰ ਕਹੋਗੇ ਤਾਂ ਇੰਡੀਆ ਨੂੰ ਭਾਰਤ ਕਹਿ ਦੇਗਾ, ਉਹਨਾਂ ਨੂੰ ਕੀ ਦਿੱਕਤ ਹੈ? ਜਦੋਂ ਭਾਰਤ ਨੂੰ ਭਾਰਤ ਕਹਿਣ 'ਚ ਕੋਈ ਦਿੱਕਤ ਨਹੀਂ ਤਾਂ ਫਿਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਭਾਰਤ ਕਹਿਣ ਦੇ ਵਿੱਚ ਕੀ ਪ੍ਰੋਬਲਮ ਹੈ? ਤਾਂ ਕੁਐਸਚਨ ਇਜ਼ ਨਾਟ ਦੇਅਰਸ, ਪ੍ਰੋਬਲਮ ਸਾਡੀ ਹੈ। ਅਸੀਂ ਆਪਣੇ ਘਰ ਦੇ ਵਿੱਚ ਨਾਮ ਬਦਲ ਰਹੇ ਹਾਂ, ਅਸੀਂ ਆਪਣੇ ਘਰ ਦੇ ਵਿੱਚ ਬਦਲਾਅ ਕਰ ਰਹੇ ਹਾਂ, ਤੇ ਉਹਦੇ 'ਚ ਜਿਹੜੀ ਸੈਂਟਰਲਾਈਜੇਸ਼ਨ ਦੀਆਂ ਕੇਂਦਰੀਕਰਨ ਹੋ ਰਿਹਾ ਸ਼ਕਤੀਆਂ ਦਾ, ਤਾਕਤਾਂ ਦਾ ਕੇਂਦਰੀਕਰਨ ਹੋ ਗਿਆ, ਸੰਘੀ ਢਾਂਚਾ ਜਿਹਨੂੰ ਕਹਿੰਦੇ ਫੈਡਰਲ ਸਟਰਕਚਰ, ਉਹਨੂੰ ਜਿਹੜੀ ਸੱਟ ਵੱਜ ਰਹੀ ਹੈ। ਆਪਾਂ ਕੇਸ GST ਦਾ ਇਲੈਕਸ਼ਨ ਦੀ ਗੱਲ ਕੀਤੀ, ਦੈਟ ਇਜ਼ ਦਾ ਅਲਟੀਮੇਟ ਹਿੱਟ ਵਿਚ ਸ਼ੁਡਨਟ ਹੈਵ ਬੀਨ ਦੇਅਰ। ਠੀਕ ਹੈ ਨਾ। ਆ ਲੈਂਗੁਏਜ ਦਾ ਵੀ ਜਿਹੜਾ ਰੌਲਾ ਹੈਗਾ, ਹਿੰਦੀ, ਮੈਂ ਤੁਹਾਨੂੰ ਪਤਾ ਹੋਏਗਾ ਸ਼ਾਇਦ ਇਸ ਚੀਜ਼ ਦਾ, ਆਪਾਂ ਪਤਾ ਨਹੀਂ ਪਹਿਲਾਂ ਜ਼ਿਕਰ ਕੀਤਾ ਨਹੀਂ ਕੀਤਾ, ਸਿਰਫ ਇੱਕ ਵੋਟ ਤੋਂ ਜਦੋਂ ਕੌਂਸਟੀਟਿਊਂਟ ਅਸੈਂਬਲੀ 'ਚ ਡਿਬੇਟ ਹੋਇਆ, ਡਿਸਕਸ਼ਨ ਹੋ ਰਹੀ ਸੀ ਕਿ ਲੈਂਗੁਏਜ ਕੀ ਹੋਏਗੀ ਸਾਡੀ ਆਫੀਸ਼ੀਅਲ ਨੈਸ਼ਨਲ ਲੈਂਗੁਏਜ ਦਾ, ਜਦੋਂ ਰੌਲਾ ਚੱਲਦਾ ਸੀ, ਉਸ ਵਿੱਚ ਸਿਰਫ ਇੱਕ ਵੋਟ ਪਿਆ ਸੀਗਾ, ਜਿਸ ਦੀ ਵਜ੍ਹਾ ਦੇ ਨਾਲ ਪੂਰਾ ਬੈਲੈਂਸ ਆਫ ਪਾਵਰ ਬਦਲ ਗਿਆ ਸੀ। ਤੇ ਉਹ ਵੀ ਸਾਡਾ ਇੱਕ ਪੰਜਾਬੀ ਜਿਹੜੇ ਕੌਂਸਟੀਟਿਊਂਟ ਅਸੈਂਬਲੀ ਦੇ ਮੈਂਬਰ ਸੀ, ਜਿਨ੍ਹਾਂ ਨੇ ਕਿ ਹਿੰਦੀ ਦੇ ਹੱਕ ਵਿੱਚ ਵੋਟ ਪਾਈ ਸੀ। ਐਂਡ ਦੈਟ ਇਜ਼ ਹਾਊ ਹਿੰਦੀ ਬਿਕੇਮ ਐਜ਼ ਦ ਲੈਂਗੁਏਜ ਵਿਚ ਇਟ ਵਾਸ। ਸੋ ਮੁੱਦਾ ਇੱਥੇ ਖੜਾ ਹੋ ਜਾਂਦਾ ਕਿ ਉਸ ਵਕਤ ਵੀ ਐਡੀ ਦਫਾੜ ਸੀ। ਤੁਸੀਂ ਕਹਿੰਦੇ ਨਾ ਵੀ ਕਿ 70%, 2/3, 3/4 ਮੈਜੋਰਿਟੀ ਇੱਕ ਪਾਸੇ ਹੋਵੇ ਨਾ, ਇਟ ਵਾਸ 50-50 ਵਰਚੁਅਲੀ। ਇੱਕ ਜਿਹੜਾ ਵੋਟ ਸੀਗਾ ਜਿਹਦੀ ਵਜ੍ਹਾ ਨਾਲ ਹਿੰਦੀ ਇੱਕ ਭਾਸ਼ਾ ਬਣ ਗਈ ਸਾਡੀ। ਲੇਕਿਨ ਪੁਆਇੰਟ ਇਹ ਖੜਾ ਹੋ ਰਿਹਾ ਕਿ ਨਾ ਤਾਂ ਹਿੰਦੀ ਉਸ ਲੈਵਲ ਦੇ ਉੱਤੇ ਸੀ, ਉਹਦੀ ਐਕਸੈਪਟੇਬਿਲਿਟੀ। ਬਹੁਤ ਸੇ ਅਜਿਹੇ ਰਾਜ ਜੋ ਕਿ ਨਾਨ ਸਪੀਕਿੰਗ ਸਟੇਟਸ, ਪੰਜਾਬ ਵਰਗੇ, ਤਮਿਲਨਾਡੂ ਵਰਗੇ, ਸਾਊਥ ਇੰਡੀਆ ਦੇ ਬਹੁਤ ਅਜਿਹੇ ਸੂਬੇ, ਬੰਗਾਲ, who are very attached to their language, ਆਪਣੀ ਭਾਸ਼ਾ ਦੇ ਨਾਲ ਬਹੁਤ ਜੁੜੇ ਹੋਏ ਨੇ, ਹਿੰਦੀ ਨੂੰ ਉਸ ਤਰੀਕੇ ਦੇ ਨਾਲ ਤਰਜੀਹ ਨਹੀਂ ਦਿੰਦੇ। ਹਿੰਦੀ ਸਿਰਫ ਮੁੱਢਲੇ ਜਿਹੜੇ ਇੰਡੀਆ ਦੇ 5-7 ਵੱਡੇ ਸੂਬੇ ਨੇ, ਮੱਧ ਪ੍ਰਦੇਸ਼ ਹੋ ਗਿਆ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਜਿਹੜਾ ਈਵਨ ਝਾਰਖੰਡ ਵਗੈਰਾ 'ਚ ਨਹੀਂ ਹੈਗੀ ਹੈ ਨਾ। ਸੋ ਇਹ ਕੁਝ ਏਰੀਆਜ਼ ਨੇ ਜਿੱਥੇ ਕਿ ਹਿੰਦੀ ਹਾਰਟਲੈਂਡ ਜਿਸਨੂੰ ਕਿਹਾ ਜਾਂਦਾ ਬੋਲੀ ਜਾਂਦੀ ਹੈ। ਅਦਰਵਾਈਜ਼ ਹਿੰਦੀ ਦੀ ਐਕਸੈਪਟੇਬਿਲਿਟੀ ਤਾਂ ਬਹੁਤ ਭਾਰਤ ਦੇ ਰਾਜਾਂ ਦੇ ਵਿੱਚ ਨਹੀਂ ਹੈ, ਦੇਸ਼ ਦੇ ਵਿੱਚ ਐਕਸੈਪਟੇਬਿਲਿਟੀ ਨਹੀਂ ਸੀ। ਲੇਕਿਨ ਤੁਸੀਂ ਇੱਕ ਤਾਂ ਉੱਥੇ ਚਲੋ ਧੱਕਾ ਹੋ ਗਿਆ, ਇੱਕ ਵੋਟ ਦੇ ਨਾਲ ਦੇਰ ਵਾਜ਼ ਅ ਚੇਂਜ। ਹੁਣ ਉਸ ਨੂੰ ਤੁਸੀਂ ਕਹਿ ਰਹੇ ਹੋ ਕਿ ਓਵਰ ਆਫਟਰ 78-80 ਈਅਰਸ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਨੋਮਨਕਲੇਚਰ ਨੂੰ ਉਸੇ ਹਿਸਾਬ ਨਾਲ ਢਾਲਣਾ ਚਾਹ ਰਹੇ ਹਾਂ। ਤਾਂ ਮੇ ਵੀ ਇੰਡੀਆ ਦੀ ਐਕਸੈਪਟੇਬਿਲਿਟੀ ਇਸ ਵਾਸਤੇ ਵੀ ਸੀ ਕਿਉਂਕਿ ਉਹ ਹਿੰਦੀ ਨਹੀਂ ਸੀ। ਹਾਂ ਠੀਕ ਹੈ ਨਾ। ਇਹ ਵੀ ਬੜਾ तो अभी भी बोल रहे हैं बिल्कुल हमें एक्सेप्टेबल नहीं है। ਉਹ ਨਹੀਂ ਕਰਨਗੇ ਕਿਉਂਕਿ ਜੇ ਉਹਨਾਂ ਨੂੰ ਲੱਗਦਾ ਵੀ ਉਹ ਹਿੰਦੀ ਦੇ ਨਾਲ ਉਹਨਾਂ ਰਿਲੇਟ ਨਹੀਂ ਕਰਦੇ, ਠੀਕ ਹੈ ਨਾ, ਤਾਂ ਉਹ ਮਹਿਸੂਸ ਕਰ ਸਕਦੇ ਨੇ। ਲੇਕਿਨ ਉਸ ਵਕਤ ਐਕਸੈਪਟੇਬਿਲਿਟੀ ਬਣੀ ਤੇ ਚਲੋ ਬਣ ਗਈ ਠੀਕ ਹੈ, ਉਹਦੇ ਵਿੱਚ ਕੋਈ ਦਾਰਾ ਨਹੀਂ। ਆਪਾਂ ਹੁਣ ਇੰਨਾ ਸਮਾਂ ਕੱਢਤਾ, ਹੁਣ 70-80 ਸਾਲ ਬਾਅਦ ਜਾ ਕੇ ਤੁਹਾਨੂੰ ਕੀ ਤੁਹਾਡੇ ਮਨ ਵਿੱਚ ਆਇਆ, ਤੁਸੀਂ ਜੋ ਆਪਣੇ ਤਰੀਕੇ ਦੇ ਨਾਲ ਇਸ ਨੂੰ
ਜਿਹਨੂੰ ਕਹਿੰਦਾ ਰੀਅਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹੋ ਇਸ ਨੂੰ, ਕੀ ਇਹਦਾ ਇੱਕ ਸ਼ਬਦ ਅੰਗਰੇਜ਼ੀ ਦਾ ਵਰਤਿਆ ਜਾਂਦਾ, ਇਸ ਦੀ ਜਿਹੜੀ ਨੋਮਨਕਲੇਚਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ, ਰੀਕ੍ਰਾਈਸਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਹੈ ਨਾ। ਸੋ ਉਹ ਤਾਂ ਇੱਕ ਬੇਲੋੜੀ ਜੀ ਰਿਕੁਆਇਰਮੈਂਟ ਹੈਗੀ ਹੈ, ਲੇਕਿਨ ਸ਼ਾਇਦ ਇਹਨਾਂ ਨੂੰ ਇਹਦਾ ਪੋਲੀਟੀਕਲ ਲਾਹਾ ਨਜ਼ਰ ਆ ਰਿਹਾ ਹੈ ਤਾਂ ਕਰਕੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਟ ਬਿਯੋਂਡ ਬਾਹਰਲੇ ਕੀ ਸੋਚਦੇ ਨੇ, ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਅਸੀਂ ਅੰਦਰ ਦੇਸ਼ ਕੀ ਸੋਚ ਰਿਹਾ, ਤੇ ਦੇਸ਼ ਦੇ ਵਿੱਚ ਇਸ ਵਕਤ ਬੜੀ ਵੱਡੀ ਡਿਬੇਟ ਇਸ ਉੱਤੇ ਖੜੀ ਹੈ। ਇਹ ਨਾਂ ਵਾਲਾ ਕੁਐਸਚਨ ਮੈਨੂੰ ਹਜੇ ਵੀ ਬਹੁਤ ਸੈਕੰਡਰੀ ਲੱਗ ਰਿਹਾ ਹੈ। ਠੀਕ ਹੈ, ਦੋ ਆਪਟਿਕਸ ਦੇ ਹਿਸਾਬ ਨਾਲ ਤਾਂ ਬੜੀ ਵੱਡੀ ਗੱਲ ਹੈ ਵੀ ਇੰਡੀਆ ਭਾਰਤ ਨਾਂ ਬਦਲ ਗਿਆ, ਇਹ ਹੋ ਗਿਆ, ਲੇਕਿਨ ਨੋ, ਇਟ ਇਜ਼ ਮੋਰ ਅਬਾਊਟ ਤੁਸੀਂ ਜਿਹੜਾ ਫੈਡਰਲ ਸਟਰਕਚਰ ਨੂੰ ਸੱਟ ਮਾਰ ਰਹੇ ਹੋ ਤੇ ਸਿਸਟਮੈਟਿਕਲੀ ਵੱਜ ਰਹੀ ਹੈ, ਪਿਛਲੇ ਕਈ ਸਾਲਾਂ ਤੋਂ ਵੱਜ ਰਹੀ ਹੈ। GST ਤੋਂ ਸ਼ੁਰੂ ਹੋ ਕੇ, ਉਸ ਤੋਂ ਪਹਿਲਾਂ ਵੀ ਸੀ, ਲੇਕਿਨ GST ਤੋਂ ਤੁਸੀਂ ਹਿੱਟ ਕਰਨਾ ਸ਼ੁਰੂ ਕੀਤਾ ਐਂਡ ਫਾਈਨਲੀ ਤੁਸੀਂ ਹੁਣ ਇਲੈਕਸ਼ਨ ਤੇ ਆ ਗਏ ਹੋ। ਤੁਸੀਂ ਫਾਈਨੈਂਸਿਸ ਖੋਲੇ, ਤੁਸੀਂ ਇਲੈਕਸ਼ਨ ਖੋਲੋਗੇ, ਜਿਹੜੀ ਵੰਨ ਸਵੰਨਤਾ ਜਿਸ ਨੂੰ ਆਪਾਂ ਡਾਇਵਰਸਿਫਿਕੇਸ਼ਨ ਹੀ ਕਹਿੰਦੇ ਨਾ, ਡਾਇਵਰਸਿਫਾਈਡ ਸਾਡੀ ਕਮਿਊਨਿਟੀ ਹੈਗੀ ਹੈ, ਤੇ ਡਾਇਵਰਸਿਟੀ ਜਿਸ ਨੂੰ ਕਿਹਾ ਜਾਂਦਾ ਹੈ, ਯੂਨਿਟੀ ਇਨ ਡਾਇਵਰਸਿਟੀ। ਸੋ ਜਿਹੜੀ ਵਿਲੱਖਣਤਾ ਹੈਗੀ, ਵੰਨ ਸਵੰਨਤਾ ਹੈਗੀ, ਉਹ ਤੁਸੀਂ ਖਤਮ ਕਰਦੇ ਜਾ ਰਹੇ ਹੋ। ਯੂ ਵਾਂਟ ਕਿ ਵੰਨ ਸਵੰਨਤਾ ਹਾਵੀ ਨਾ ਹੋਵੇ, ਤੁਹਾਡੇ ਸੈਂਟਰਲਾਈਜ਼ਡ ਥਾਟ ਪ੍ਰੋਸੈਸ ਜਿਸ ਦੇ ਜ਼ਰੀਏ ਤੁਸੀਂ ਇੱਕ ਦੇਸ਼ ਦੇ ਵਿੱਚ ਸਰਕਾਰ ਚਲਾਉਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਇੱਕ ਝਟਕੇ ਦੇ ਵਿੱਚ, ਉਹ ਜਿਹਨੂੰ ਕਹਿੰਦਾ ਵੀ ਇੱਕ ਮੁਹਾਵਰੇ ਦੇ ਉੱਤੇ ਇਲੈਕਸ਼ਨਾਂ ਲੜਨਾ ਜਿੱਤਣਾ ਚਾਹੁੰਦੇ ਹੋ, ਨਾਰਿਆਂ ਦੇ ਉੱਤੇ, ਸਲੋਗਨਸ ਦੇ ਉੱਤੇ ਚਾਹੁੰਦੇ ਹੋ ਕਿ ਵੇਵ ਦੀ ਵੇਵ ਚੱਲੇ, ਤੇ ਹਰ 5 ਸਾਲ ਬਾਅਦ ਕੋਈ ਅਜਿਹਾ ਸ਼ਗੂਫਾ ਹੋਵੇ, ਕਦੀ ਕੁਛ ਹੋ ਜਾਏ ਤੇ ਕਦੀ ਕੁਛ ਹੋ ਜਾਏ, ਤੇ ਤੁਸੀਂ ਉਹ ਪੂਰੇ ਦੇ ਪੂਰੇ ਇਲੈਕਸ਼ਨ ਸਵੀਪ ਕਰ ਜਾਓ। ਹੁਣ ਤੁਸੀਂ ਉਸ ਮਾਡਲ ਨੂੰ ਸਾਰੇ ਸਟੇਟਸ ਦੇ ਉੱਤੇ ਲਾਣਾ ਚਾਹ ਰਹੇ ਹੋ। ਹਾਲਾਂਕਿ ਉਹਦੇ ਪ੍ਰੋਜ਼ ਕੌਨਸ ਹੈਗੇ ਨੇ, ਕਿੰਨਾ ਇਲੈਕਸ਼ਨ ਦੇ ਉੱਤੇ ਖਰਚਾ ਹੁੰਦਾ, ਕੀ ਨਹੀਂ ਹੁੰਦਾ, ਕੰਪਲਿਕੇਸ਼ਨਸ ਹੈਗੀਆਂ ਨੇ, ਲੇਕਿਨ ਉਹਦੇ 'ਚ ਪਲੱਸ ਮਾਈਨਸ ਦੋਵੇਂ ਨੇ। ਠੀਕ ਹੈ ਨਾ, ਵੀ ਤੁਸੀਂ ਕੀ ਆਰ ਯੂ ਟਰਾਈਂਗ ਟੂ ਬੇਸਿਕਲੀ ਰਿਡਿਊਸ the strength of the federal structure, that is the bigger concern, beyond nomenclature is secondary, I think. हाँ, और जो लोग हैं, जैसे यहाँ पे क्योंकि नाम बदलना है, वो मैं तो उसमें एक लंबे सीरीज़ में उसका एक मैं पार्ट देखता हूँ। इसमें अभी हाल ही में 2 ऐसे लोग, एक तो प्राइम मिनिस्टर के इकोनॉमिक एडवाइजरी काउंसिल के चेयरमैन रह चुके हैं, विवेक देबरा अभी भी हैं, और एक बहुत बड़े राइट विंग मैगजीन के एडिटर हैं जिनकी बात सुनी जाती है बड़े बड़े सर्कल्स में। इन दोनों ने अलग अलग आर्टिकल्स में ये कहा है कि भाई जो हमारा कॉन्स्टिट्यूशन है ये एडिक्वेटली जो इंडिया के एस्पिरेशंस हैं न्यू इंडिया के उसको कवर नहीं कर सकता है, तो हमें एक नए कॉन्स्टिट्यूशन की ज़रूरत है। तो इसी तरह से ये वाला जो है मुद्दा भी पहले शुरू हुआ था कि बातों के ज़रिए, आर्टिकल्स के ज़रिए। क्या आपको लग रहा है कि अब नेक्स्ट स्टेज पे वो हो सकता है? हाँ, क्योंकि सेकुलरिज्म पे ऑलरेडी इनको इख्तिलाफ है, सोशलिज्म वर्ड पे इनको इख्तिलाफ है, बहुत पहले से ये लोग यही बातें कर रहे हैं, लेकिन धीरे धीरे जो है, जो हम पहले शायद हंस के हम बोलते थे कि भाई ये कभी पॉसिबल नहीं होगा, लेकिन अभी हो रहा है धीरे धीरे। तो टर्म्स ऑफ एंगेजमेंट चेंज करने वाली बात तो है ही है, लेकिन साथ ही साथ एक कम्युनिटी को या जो माइनॉरिटी कम्युनिटीज़ है उनको अपनी जगह दिखाने की भी बात हो रही है। अगर आप सेकुलरिज्म लफ्ज़ को हटा रहे हैं, अगर आप नाम बदल रहे हैं, कॉन्स्टिट्यूशन बदलने की बात हो रही है, क्योंकि वहाँ पे जो शुबा होता है कि भाई क्यों बदल रहे हैं कॉन्स्टिट्यूशन, जिसमें हर कम्युनिटी की बात कही गई है। नहीं, ये भी समझने की गल है भी किहड़ी एस्पिरेशंस ਨੂੰ ਮੀਟ ਨਹੀਂ ਕਰ ਪਾਏ। हाँ, ਜਿਹੜੇ ਲੋਕ ਇਹ ਲਿਖਦੇ ਨੇ ਕਿ ਕਨਸਟੀਟਿਊਸ਼ਨ ਐਸਪੀਰੇਸ਼ਨਸ ਨੂੰ ਮੀਟ ਨਹੀਂ ਕਰ ਪਾ ਰਿਹਾ, ਤੇ ਉਹ ਕਿਹੜੀ ਐਸਪੀਰੇਸ਼ਨਸ ਨੇ? ਹੁਣ ਜੇ ਤੁਸੀਂ 200-300 ਅਮੈਂਡਮੈਂਟ ਕਰਨ ਤੋਂ ਬਾਅਦ ਵੀ ਤੁਹਾਡੀ ਐਸਪੀਰੇਸ਼ਨਸ ਮੀਟ ਨਹੀਂ ਹੋਈਆਂ, ਤੁਹਾਨੂੰ ਇੱਕ ਪਾਸੇ ਤੱਕ ਡਾਇਨਾਮਿਕ ਕਨਸਟੀਟਿਊਸ਼ਨ ਦਿੱਤਾ ਹੋਇਆ ਵੀ ਤੁਸੀਂ ਬਦਲਾਅ ਕਰ ਲਓ। ਤੁਸੀਂ ਐਸਾ ਕੀ ਬਦਲਾਅ ਕਰਨਾ ਚਾਹੁੰਦੇ ਹੋ ਜੋ ਕਿ ਤੁਸੀਂ ਇੰਨੇ ਕਈ 100 ਸੈਂਕੜਾ ਅਮੈਂਡਮੈਂਟਸ ਦੇ ਵਿੱਚ ਨਹੀਂ ਕਰ ਪਾਏ ਹੋ? ਪੁਆਇੰਟ ਤੇ ਖੜਾ ਹੋ ਰਿਹਾ ਤੇ ਅਮੈਂਡਮੈਂਟ ਤੁਸੀਂ ਕਰ ਸਕਦੇ ਹੋ, ਤੁਹਾਨੂੰ ਕਨਸਟੀਟਿਊਸ਼ਨ ਨੇ ਇਹੋ ਜਿਹੇ ਅਖਤਿਆਰ ਦਿੱਤਾ। ਤੁਸੀਂ ਸੈਕੂਲਰ ਵਰਡ ਵੀ ਇੱਕ ਮਿੰਟ ਲਈ ਉੱਥੋਂ ਹਟਾ ਦਿਓ, ਠੀਕ ਹੈ, ਐਟ ਵਾਟਐਵਰ ਪੈਰਲ ਯੂ ਕੈਨ ਡੂ ਇਟ। ਤੁਸੀਂ ਕਿਸੇ ਵੀ ਵੱਡੇ ਜੋਖਿਮ ਉਠਾ ਕੇ ਉਹ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕਦਾ ਤਾਂ ਨਹੀਂ ਨਾ। ਜੇ ਤੁਸੀਂ ਚਾਹੋ ਤਾਂ ਬਦਲ ਸਕਦੇ ਹੋ, ਕੋਈ ਸੰਵਿਧਾਨ ਨੂੰ ਬਦਲਣ ਦੀ ਅਨੁਮਤੀ ਤੁਹਾਡੇ ਕੋਲ ਨਹੀਂ ਹੈ ਤਾਂ ਨਹੀਂ ਹੈ, ਲੇਕਿਨ ਫਿਰ ਵੀ ਇਸ ਮੁਹਾਵਰੇ ਨੂੰ ਜਿਹੜਾ ਤੋਰਿਆ ਜਾ ਰਿਹਾ, ਬੇਸਿਕਲੀ ਇੱਕ ਤਾਂ ਇੰਟੈਲੈਕਚੁਅਲ ਬੇਸ ਬਣਾ ਰਹੇ ਨੇ, ਇੰਟੈਲੈਕਚੁਅਲ ਬੇਸ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਨੇ। ਇਹ ਨਹੀਂ ਪਤਾ ਵੀ ਉਹ ਕਿੰਨੇ ਬੈਂਕਰਪਟ ਇੰਟੈਲੈਕਚੁਅਲ ਹੈ। ਜਿਹੜੇ ਲੋਕਾਂ ਨੇ ਕਨਸਟੀਟਿਊਸ਼ਨ ਬਣਾਇਆ ਨਾ, ਉਹ ਲੋਕ ਇਹਨਾਂ ਜਿਹੜੇ ਤੁਸੀਂ 2-4 ਬੰਦਿਆਂ ਦੇ ਨਾਂ ਲਿੱਤੇ, ਇਹਨਾਂ ਨੂੰ ਬਹੁਤ ਜ਼ਿਆਦਾ ਗਹਿਰੇ ਲੋਕ ਸੀ, ਬਿਨਾਂ ਕਿਸੇ ਮੁਫਾਦਾਂ ਦੇ। ਹੁਣ ਤੁਸੀਂ ਮੁਫਾਦ ਲੈ ਕੇ ਮੈਂ ਬੁੱਧੀਜੀਵੀ ਹਾਂ, ਐਗਜ਼ਿਊਮ ਕਰੀਏ, ਤੇ ਮੈਂ ਕਿਸੇ ਦੀ ਪੇਰੋਲ ਦੇ ਉੱਤੇ ਕੰਮ ਕਰਾਂ ਤੇ ਉਹਦੇ ਹੱਕ ਦੇ ਵਿੱਚ ਤਾਂ ਮੈਂ ਇੰਟੈਲੈਕਚੁਅਲਾਈਜ਼ ਕਰ ਸਕਦਾ, ਮੇਰੇ ਕੋਲ 100 ਰੀਜ਼ਨ ਹੈਗੇ ਨੇ, ਮੈਂ ਜਸਟੀਫਾਈ ਕਰ ਸਕਦਾ। ਮੈਂ ਡਿਕਟੇਟਰਸ਼ਿਪ ਨੂੰ ਵੀ ਜਸਟੀਫਾਈ ਕਰ ਸਕਦਾ। ਈਵਨ ਹਿਟਲਰ ਨੇ ਜੋ ਕੀਤਾ ਜਸਟੀਫਾਈ ਤਾਂ ਉਹਨੂੰ ਵੀ ਕੀਤਾ ਜਾ ਸਕਦਾ। ਬਿਲਕੁਲ ਠੀਕ ਹੈ ਨਾ। ਸੋ ਦੇयर ਇਜ਼ ਨਥਿੰਗ ਇਨ ਦਿਸ ਵਰਲਡ ਦੈਟ ਕੈਨ ਨਾਟ ਬੀ ਜਸਟੀਫਾਈ, ਤੇ ਉਹੀ ਕਰਨ ਦੀ ਕੋਸ਼ਿਸ਼ਾਂ ਨੇ, ਉਹੀ ਆਧਾਰ। ਲੇਕਿਨ ਮੈਂ ਤੁਹਾਨੂੰ ਫੰਡਾਮੈਂਟਲ ਗੱਲ ਕਹਿ ਰਿਹਾ ਕਿ ਇੱਕ ਰਾਜ, ਇੱਕ ਸਟੇਟ ਜਿਹੜੇ ਕਿ 1947 ਦੇ ਵਿੱਚ ਤੁਹਾਨੂੰ ਸੀਡ ਕੀਤਾ ਜਾਂ ਕੰਸੀਡ ਕੀਤਾ, ਇਹ ਮੰਨ ਕੇ ਵੀ ਯੂਨੀਅਨ ਆਫ ਇੰਡੀਆ ਦੇ ਵਿੱਚ ਮੈਂ ਸ਼ਾਮਲ ਹੋਣਾ,
ਤੇ ਮੇਰੇ ਘੱਟੋ ਘੱਟ ਜਿਹੜੇ ਆਪਣੀ ਯੂਨੀਕਨੈਸ ਹੈ that would be protected. There were certain assurances which were given. Now you are abdicating them. हाँ, तो ये गद्दारी नहीं हो रही है? ਇਹ ਗੱਦਾਰੀ ਤਾਂ ਹੈ ਹੀ ਹੈ ਨਾ, ਗੱਦਾਰੀ ਤਾਂ ਫਿਰ ਹੈ ਹੀ ਹੈ। ਤੁਸੀਂ ਜੇ ਆਪਣੀ ਤੁਹਾਡੇ ਫੋਰ ਫਾਦਰਸ ਨੇ, ਹੁਣ ਤੁਹਾਡੇ ਦਾਦੇ ਪਰਦਾਦੇ ਤੁਹਾਡੇ ਐਂਸੈਸਟਰਸ ਨੇ ਕੋਈ ਵਾਅਦੇ ਕੀਤੇ, ਅਗਲੀਆਂ ਜਨਰੇਸ਼ਨ ਉਹਨਾਂ ਤੋਂ ਮੁੱਕਰ ਜਾਵੇ ਤੇ ਤੁਸੀਂ ਯੂ ਆਰ ਗੋਇੰਗ ਬੈਕ ਔਨ ਬਟ ਯੂਰ ਫੋਰ ਫਾਦਰਸ ਔਰ ਯੂਰ ਐਂਸੈਸਟਰਸ ਪ੍ਰੋਮਿਸਡ ਐਂਡ ਦੋਜ਼ ਵਰ ਨਾਟ ਪ੍ਰੋਮਿਸਿਸ ਕਿ ਕਿਸੇ ਪਰਿਵਾਰ ਨੇ ਪ੍ਰੋਮਿਸਿਸ ਕਰਤੇ, ਦੋਜ਼ ਵਰ ਦ ਲੀਗਲ ਪ੍ਰੋਮਿਸਿਸ, ਦੋਜ਼ ਵਰ ਦ ਕਨਸਟੀਟਿਊਸ਼ਨ, ਸੰਵਿਧਾਨਿਕ ਤੇ ਵਿਧਾਨਿਕ ਤੁਹਾਨੂੰ ਅਸ਼ੋਰੈਂਸਿਸ ਦਿੱਤੀਆਂ ਗਈਆਂ, ਗਾਰੰਟੀਜ਼ ਦਿੱਤੀਆਂ ਗਈਆਂ, ਤੁਹਾਡੇ ਨਾਲ ਵਾਅਦੇ ਕੀਤੇ ਗਏ। ਉਹ ਤਾਂ ਬਹੁਤ सी ਚੀਜ਼ਾਂ ਤੋਂ ਬੈਕ ਟਰੈਕਿੰਗ ਹੋਈ ਹੈ। ਕਾਂਗਰਸ ਨੇ ਬੈਕ ਟਰੈਕਿੰਗ ਕੀਤੀ, 3 ਸਾਲ 'ਚ ਬੈਕ ਟਰੈਕ ਕਰ ਗਏ ਸੀਗੇ। ਦੇ ਬੈਕ ਟਰੈਕਡ ਇਨ ਬੇਅਰਲੀ 3 years। ਉਹਨਾਂ ਨੇ ਫਿਰ ਪੰਜਾਬੀ ਸੂਬੇ ਦੀ ਮੂਵਮੈਂਟ ਆਪਾਂ ਸਾਰੀ ਦੇਖੀ ਹੈ, ਉਹ ਬੇਸਿਕਲੀ ਵਾਅਦਾ ਖਿਲਾਫੀ ਸੀਗੀ। ਵਾਅਦਾ ਖਿਲਾਫੀ ਇਜ਼ ਦਾ ਰਾਈਟ ਵਰਡ। ਸੋ ਹੁਣ ਜੋ ਇਹ ਪ੍ਰੈਜ਼ੈਂਟ ਗਵਰਨਮੈਂਟ ਜਾਂ ਜੋ ਡਿਸਪੈਂਸੇਸ਼ਨ ਕਰਦੀ ਪਈ ਹੈ, this is a very crude repetition of what happened in early 50s. We saw a whole Punjabi Suba movement out of that. ਐਂਡ ਇਵੈਂਚੁਅਲੀ ਕੁਝ ਨਿਕਲਿਆ ਤਾਂ ਹੈ ਨਹੀਂ ਉਹਦੇ ਵਿੱਚੋਂ, ਲੇਕਿਨ ਇਹ ਵੀ ਉਹੀ ਲੋਕ ਕਰ ਰਹੇ। ਸੋ ਬੇਸਿਕਲੀ ਜਿਹੜੀ ਵਾਅਦਾ ਖਿਲਾਫੀ ਤੁਸੀਂ ਕਰ ਰਹੇ ਹੋ, ਸਮਝਣ ਦੀ ਕੋਸ਼ਿਸ਼ ਕਰੋ ਕਿ ਯੂ ਸ਼ੁੱਡ ਨਾਟ ਫੋਰਗੇਟ ਦ ਹਿਸਟਰੀ। ਇਤਿਹਾਸ ਨੂੰ ਨਹੀਂ ਭੁੱਲਣ ਦੀ ਲੋੜ ਹੈ। ਤੁਸੀਂ ਇਤਿਹਾਸ ਦੇ ਵਿੱਚ ਕਿਵੇਂ ਇਹ ਭਾਰਤ ਦੇਸ਼ ਬਣਿਆ, ਇਹਨੂੰ ਵੀ ਯਾਦ ਰੱਖੋ, ਬਹੁਤ ਜ਼ਰੂਰੀ ਹੈ। ਹਾਂ, ਠੀਕ ਹੈ ਨਾ, ਇਹਨੂੰ ਜ਼ਰੂਰ ਯਾਦ ਰੱਖੋ। ਤੇ ਜੇ ਕੋਈ ਚੀਜ਼ ਗਲਤ ਹੋਈ ਉਸ ਵਕਤ, ਉਹਨੂੰ ਫਿਰ ਉਹਦੇ ਤੇ ਚਰਚਾ ਹੋਵੇ। ਲੈਟ ਅਸ ਅੰਡਰਸਟੈਂਡ ਕਿ ਉਸ 'ਚ ਗਲਤ ਕੀ ਹੋਇਆ, ਠੀਕ ਹੈ ਨਾ। ਹੁਣ ਲੋਕ ਚਲੇ ਜਾਣਗੇ ਅੱਜ ਤੋਂ 200 ਸਾਲ 600 ਸਾਲ 800 ਸਾਲ ਪਹਿਲਾਂ ਜਾਣਗੇ, ਫਿਰ ਦੱਸਣਗੇ ਜੀ ਆਹ ਹੁੰਦਾ ਸੀ ਭਾਰਤ। ਹੁਣ ਤੁਸੀਂ ਉਹ ਚੀਜ਼ਾਂ ਨੂੰ ਰਿਵਰਟ ਕਰੋਗੇ, ਤੁਸੀਂ ਸੀ 800 ਸਾਲ ਪਹਿਲਾਂ। ਹਾਂ, ਐਗਜ਼ੈਕਟਲੀ, ਟੂ ਬੀ ਏਬਲ ਟੂ ਵੀ ਹੈ ਕੈਸਾ ਥਾ ਮੁਲਕ ਤਬ, ਕੀ ਸੀ ਕੀ ਨਹੀਂ ਸੀ ਉਸ ਵਕਤ ਦੀ, ਕਿਹੜੀ ਕੀ ਕੰਡੀਸ਼ਨ ਸੀ, ਕੀ ਚੱਲਦਾ ਪਿਆ ਸੀਗਾ। ਲੇਕਿਨ ਲੋਕ ਫॉर ਐਗਜ਼ਾਮਪਲ ਦਿੰਦੇ ਨੇ, ਤੁਸੀਂ ਤੁਹਾਨੂੰ ਪਤਾ ਨਹੀਂ ਜੀ ਉੱਥੇ ਸਾਊਥ ਈਸਟ ਏਸ਼ੀਆ ਤੋਂ ਲੈ ਕੇ ਉੱਥੇ ਤੱਕ ਅਫਗਾਨਿਸਤਾਨ ਤੱਕ ਆਪਾਂ ਸੀ, ਹੋਰ ਕੋਈ ਸੀ ਨਹੀਂ ਮਿਡਲ ਈਸਟ ਤੱਕ, ਠੀਕ ਹੈ ਨਾ। ਤਾਂ ਫਿਰ ਉਹ ਵਾਪਸ ਲੈ ਰਹੇ ਹੋਰ ਕੀ ਹੋ ਰਿਹਾ। ਦਿਸ ਇਜ਼ ਵਾਟ ਦਾ ਆਰਗੂਮੈਂਟ ਇਜ਼। ਜਿਨ੍ਹਾਂ ਨੂੰ ਉਨਾ ਕੀ ਪਤਾ ਹੈ, ਉਨੀ ਕੀ ਜਾਣਕਾਰੀ ਹੈ। ਪੁਆਇੰਟ ਇਜ਼ ਨਾਟ ਦੈਟ, ਪੁਆਇੰਟ ਇਜ਼ ਕਿ ਜਿਹੜੀਆਂ ਚੀਜ਼ਾਂ ਤੁਸੀਂ ਪੜ੍ਹੇ ਲਿਖੇ ਬੰਦਿਆਂ ਨੇ, ਹੁਣ BR ਅੰਬੇਡਕਰ ਵਰਗੇ ਆ ਜਿਹੜੇ ਵੀ ਕਨਸਟੀਟਿਊਂਟ ਅਸੈਂਬਲੀ 'ਚ ਬਹੁਤ ਅੱਛੇ ਐਸੇ ਲਿਊਮਿਨਰੀ ਸੀ, ਦੇ ਵਰ ਲੀਗਲ ਲਿਊਮਿਨਰੀਜ਼, ਉਹਨਾਂ ਨੇ ਐਵੇਂ ਦਿਮਾਗ ਨਹੀਂ ਲਗਾਇਆ ਹੋਇਆ। ਤੁਸੀਂ ਪੜ੍ਹ ਕੇ ਦੇਖੋ ਕਨਸਟੀਟਿਊਸ਼ਨ, ਤੁਹਾਨੂੰ ਪਤਾ ਲੱਗਦਾ ਵੀ ਉਹਦੇ ਪਿੱਛੇ ਕਿੱਡੀ ਸਟਰੈਂਥ ਹੈ। ਅਦਾਲਤਾਂ ਦੇ ਵਿੱਚ ਜਦੋਂ ਫੈਸਲੇ ਹੁੰਦੇ ਨੇ ਨਾ, ਜਦੋਂ ਪੇਚ ਫਸਦੇ ਨੇ, ਉੱਥੋਂ ਜਦੋਂ ਫਿਰ ਸਹੀ ਡਿਸੀਜਨ ਸੁਣਾਇਆ ਜਾਂਦਾ, ਜਦੋਂ ਸੁਪਰੀਮ ਕੋਰਟ, ਉਸ ਵਕਤ ਪਤਾ ਲੱਗਦਾ ਕਿ ਜੇ ਇਹ ਕਾਨੂੰਨ ਸੰਵਿਧਾਨ ਜੋ ਲਿਖਿਆ ਹੋਇਆ ਦੀ ਕੀ ਮਹੱਤਤਾ ਹੈ, ਕਿਹੜੀ ਚੀਜ਼ ਨੂੰ ਬਚਾਇਆ ਗਿਆ ਇਸ ਦੇ ਵਿੱਚ, ਉਹ ਚੀਜ਼ ਦਿਸਦੀ ਨਹੀਂ ਹੈ ਕਦੇ। ਲੇਕਿਨ ਜਦੋਂ ਕਿਸੇ ਬੰਦੇ ਦੇ ਹੱਕ ਦੀ ਗੱਲ ਰਾਖੀ ਹੁੰਦੀ ਹੈ ਨਾ, ਔਨ ਦ ਬੇਸਿਸ ਆਫ ਜਸਟ ਵਨ ਸ਼ਰੈਡ ਇਨ ਦਿਸ ਕਨਸਟੀਟਿਊਸ਼ਨ, ਫਿਰ ਪਤਾ ਲੱਗਦਾ ਵੀ ਉਸ ਦੀ स्ट्रेंथ ਕੀ ਹੈ। ਇਹ ਤਾਂ बहुत सौखा है बदलना। बिल्कुल सही बात है। कितना डिबेट हुआ था 3 सालों तक, विमर्श बनता रहा, डिबेट्स होते रहे कॉन्स्टिट्यूएंट असेंबली में, जिसमें बहुत से वॉल्यूम्स में अवेलेबल है कॉन्स्टिट्यूएंट असेंबली के डिबेट्स। तो यहाँ पे मैं एक और सवाल मैं पूछना चाह रहा था कि मैंने देखा कि ऑलरेडी सोशल मीडिया पे जो साउथ इंडिया के लीडर्स हैं, शरद पवार महाराष्ट्र के लीडर, उन्होंने तो कह दिया है कि किसी भी पॉलिटिकल पार्टी को ये अख्तियार नहीं है कि मुल्क का नाम बदले। लेकिन जो द्रविडियन पॉलिटिशियंस है, और मैंने एक बहुत बड़े एडिटर को ये कहते हुए देखा है कि अब क्या साउथ को भारत से क्विट करने का टाइम आ गया है। तो इस तरह की सोच भी लोगों में आ रही है, बिकॉज कॉन्स्टेंटली बहुत लोगों को लग रहा है कि यार नॉन स्टॉप अटैक हो रहा है। वो एक थोड़ा सा, क्या आपको लग रहा है कि अलगाववाद भी पैदा हो सकता है ऐसे मूव की वजह से? अलगाववाद ਤਾਂ ਦੇਖੋ ਇਸ ਮਾਹੌਲ ਦੇ ਵਿੱਚ ਤਾਂ ਮੈਨੂੰ ਥੋੜਾ ਜਿਹਾ ਉਹਦੇ 'ਚ ਦੁਵਿਧਾ ਲੱਗਦੀ ਹੈ, ਲੇਕਿਨ अलगाववाद ਦੀ ਲੋੜ ਪੈਣੀ ਨਹੀਂ ਮਨੀ ਜੀ। ਫਾਈਨਲੀ ਦੇਖੋ ਲੋਕਾਂ ਨੇ ਅੰਦਰੋਂ ਅੰਦਰ ਇਹਨਾਂ ਨੂੰ ਮਾਂਜ ਦੇਣਾ ਹੈ, ਬੜੀ ਸਿੰਪਲ ਜੀ ਗੱਲ ਹੈ। ਇੰਦਰਾ ਗਾਂਧੀ ਵਾਲਾ ਸਾਡੇ ਸਾਹਮਣੇ ਬੈਸਟ ਐਗਜ਼ਾਮਪਲ ਹੈ, ਠੀਕ ਹੈ ਨਾ। ਦੇਸ਼ ਨੂੰ ਇਕੱਠਾ ਕਰਨ, ਦੇਸ਼ ਨੂੰ ਇੱਕ ਹਾਈਪਰ ਬੋਲ ਦੇ ਉੱਤੇ ਇਕੱਠਾ ਕਰਕੇ, ਵਨ ਨੇਸ਼ਨ, ਦੇਸ਼ ਨੂੰ ਖਤਰਾ ਹੈ, ਸੰਕਟ ਹੈ, ਲੜਨਾ ਹੈ, ਪਾਕਿਸਤਾਨ ਨੂੰ ਨੱਪਣਾ, ਇਹ ਕਰਨਾ, ਇਹ ਸਾਰੀਆਂ ਗੱਲਾਂ ਬਾਤਾਂ ਨਾ ਇਹ ਪਰਖੀਆਂ ਜਾ ਚੁੱਕੀਆਂ ਨੇ। ਇਸ ਵਕਤ ਰਿਪੀਟੇਸ਼ਨ ਹੋ ਰਹੀ ਹੈ। ਆਈ ਫਾਈਂਡ ਇਟ ਨਥਿੰਗ ਨਿਊ। It is a very absurd kind of a repetition which is happening. The worst part is ਕਿ the politics ਜਿਹੜਾ ਥੋੜਾ ਦੂਰਦਰਸ਼ੀ ਪੋਲਿਟਿਕਸ ਹੁੰਦਾ ਨਾ, ਉਹ ਇਤਿਹਾਸ ਦੇ ਵਿੱਚੋਂ ਜਿਹੜੀ ਘਟਨਾਵਾਂ ਤੋਂ ਸਬਕ ਲੈਂਦਾ ਹੈ। ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਨਹੀਂ, ਇੰਦਰਾ ਗਾਂਧੀ ਤਾਂ ਮੂਰਖ ਹੀ ਸੀਗੀ ਤੇ ਅਸੀਂ ਜ਼ਿਆਦਾ ਸਮਝਦਾਰ ਹੈਗੇ ਆ, ਮਤਲਬ ਇਸ ਤਰੀਕੇ ਦੀ ਮਾਈਂਡ ਹੋ ਸਕਦਾ ਮਾਈਂਡ ਸੈਟ ਹੋਵੇ। ਲੇਕਿਨ ਇਹ ਨਹੀਂ ਪਤਾ ਸੀ ਕਿ ਇੰਦਰਾ ਗਾਂਧੀ ਜਦੋਂ ਕੋਈ ਅਜਿਹੇ ਡਿਸੀਜਨ ਉਸਨੇ ਗਲਤ ਲਿੱਤੇ, ਪੇਟੈਂਟਲੀ ਗਲਤ ਫੈਸਲੇ ਲਏ, ਉਸ ਵਕਤ ਉਹ ਵੀ ਇਸੇ ਮਾਨਸਿਕਤਾ ਤੋਂ ਗ੍ਰਸਤ ਸੀ। ਉਸ ਵਕਤ ਐਂ ਲੱਗ ਰਿਹਾ ਹੁੰਦਾ ਵੀ ਯਾਰ ਸਭ ਕੁਝ ਮੇਰੇ ਹੱਥ 'ਚ ਹੈ, everything is in my hands। ਤੇ ਇਹ ਹੱਥ 'ਚੋਂ ਫਿਰ ਕਿਵੇਂ ਸਲਿਪ ਹੁੰਦੀਆਂ ਚੀਜ਼ਾਂ। ਪੋਲਿਟਿਕਸ ਇਜ਼ ਅ ਵੈਰੀ ਡਿਫਰੈਂਟ ਗੇਮ। ਇਟਸ ਅਗੇਨ ਮੈਂ ਕਹਿੰਦਾ ਇਹ ਸਮੇਂ ਦੀ ਗੱਲ ਹੈ, ਠੀਕ ਹੈ ਨਾ। ਇਸ ਸਿਸਟਮ ਦੇ ਵਿੱਚੋਂ ਕੋਈ ਰੈਬੇਲੀਅਨ ਜਾਂ ਕਿਸੇ ਲੋੜ ਚੀਜ਼ ਦੀ, ਅਲਗਾਵਵਾਦ ਦੀ ਕੋਈ ਲੋੜ ਨਹੀਂ ਪੈਣੀ। ਇਹਨੇ ਆਪਣੇ ਆਪ ਅੰਦਰੋਂ ਹੀ ਸਿਸਟਮ ਨੇ ਤੁਹਾਡੇ ਉਲਟ
ਪਲਟ ਜਾਣਾ ਹੈ। ਇਟ ਇਜ਼ ਜਸਟ ਅ ਮੈਟਰ ਆਫ ਟਾਈਮ। ਅੰਦਰੋਂ ਇਹ ਸਿਸਟਮ ਉਲਟਾਉਣ ਦੀ ਕੈਪੈਸਿਟੀ ਰੱਖਦਾ ਹੈ। ਡੈਮੋਕ੍ਰੇਸੀ ਹੈ, ਹਾਂ ਅਨਲੈਸ ਅੰਟਲ ਤੁਸੀਂ ਤਾਨਾਸ਼ਾਹੀ ਕਰੋਗੇ ਲੋਕ 2 ਮਿੰਟ ਨਹੀਂ ਚੱਲਣਗੇ ਤੁਹਾਨੂੰ, ਤੁਸੀਂ ਕਰਕੇ ਦਿਖਾਓ। ਹਲੇ ਤਾਂ ਤੁਸੀਂ ਉਹਨਾਂ ਦੇ ਸਿੰਪਟਮਸ ਵੇਖ ਰਹੇ ਹੋ ਨਾ ਵੀ ਨਹੀਂ ਜੀ ਨਹੀਂ ਇੱਕ ਮਤਲਬ ਸੈਂਟਰਲਾਈਜੇਸ਼ਨ ਹੋ ਰਹੀ ਹੈ ਜੀ, ਪਾਵਰਸ ਦਾ ਇੱਕ ਕੇਂਦਰੀਕਰਨ ਹੋ ਰਿਹਾ ਹੈ, ਸ਼ਕਤੀਆਂ ਖੁੱਸ ਗਈਆਂ ਹੈਗੀਆਂ ਨੇ। ਲੇਕਿਨ ਇਹ ਚੀਜ਼ ਇਕੱਲੀ ਹੋਰਾਂ ਦੇ ਨਾਲ ਥੋੜ੍ਹਾ ਨਾ ਹੋ ਰਹੀ ਹੈ, ਇਕੱਲੇ ਰਾਜਾਂ ਦੇ ਨਾਲ ਥੋੜ੍ਹਾ ਨਾ ਸ਼ਕਤੀਆਂ ਖੁੱਸੀਆਂ ਨੇ। ਤੁਸੀਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਦੇ ਇੰਟਰਨਲ ਲੈਵਲ ਦੇ ਉੱਤੇ ਡਿਸੀਜਨ ਮੇਕਿੰਗ ਦੀ ਗੱਲ ਕਰ ਲਓ, ਉੱਥੇ ਕੀ ਇਸ ਚੀਜ਼ ਦੀ ਗੱਲ ਨਹੀਂ ਹੋ ਰਹੀ ਹੋਏਗੀ ਕਿ ਪਾਰਟੀ ਦੇ ਵਿੱਚ ਕਿੰਨੀ ਕੁ ਸਟਰਕਚਰ ਉਹਨਾਂ ਦਾ ਕਿੰਨਾ ਕੁ ਡੈਮੋਕ੍ਰੈਟਿਕ ਹੈ, ਜੋ ਕਿ ਪਾਰਟੀ ਕਹਿੰਦੀ ਹੈ ਕਿ ਅਸੀਂ ਬਹੁਤ ਇੱਕ ਚੰਗੀ ਕਦਰਾਂ ਕੀਮਤਾਂ ਉੱਤੇ ਆਪਣੀ ਜਥੇਬੰਦੀ ਲੈ ਕੇ ਤੁਰ ਰਹੇ ਹਾਂ, ਆਰਗੇਨਾਈਜੇਸ਼ਨਲ ਸਟਰਕਚਰ ਸਾਡਾ ਬੜਾ ਮਜ਼ਬੂਤ ਹੈ। ਉਹ ਜਿਹੜੀ ਪਾਰਟੀ ਹੈ ਉਹਦੇ ਵਿੱਚ ਇੰਟਰਨਲੀ ਕਿੰਨੀ ਕੁ ਡੈਮੋਕ੍ਰੇਸੀ ਹੋਏਗੀ, ਕਿਆ ਪਤਾ ਉਹਦੇ ਅੰਦਰ ਹੀ ਬਹੁਤ ਸੁਖਬੁਗਾਹਟ ਹੋਏ। ਇਹ ਤਾਂ ਚੀਜ਼ਾਂ ਅੰਦਰ ਘਰਾਂ ਦੇ ਅੰਦਰ ਹੀ ਹੋ ਰਹੀਆਂ ਹੁੰਦੀਆਂ ਨਾ, ਬਾਹਰੋਂ ਹੀ ਲੱਗ ਰਿਹਾ ਹੁੰਦਾ ਫਸਾਡ ਬੜਾ ਚਮਕਦਾ ਪਿਆ, ਬਟ ਇਟਸ ਜਸਟ ਅ ਮੈਟਰ ਆਫ ਟਾਈਮ। ਆਪਾਂ ਨੂੰ ਉਸ ਚੀਜ਼ ਨੂੰ ਵੇਟ ਕਰਨੀ ਪੈਣੀ। ਇਹ ਚੀਜ਼ਾਂ ਜ਼ਿਆਦਾ ਚੱਲਣੀਆਂ ਨਹੀਂ ਹੈਗੀਆਂ, ਬਟ ਐਜ਼ ਅ ਕ੍ਰਿਟਿਕ ਵੀ ਸ਼ੁੱਡ ਬੀ ਵਰੀਡ ਦੈਟ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ। ਵੀ ਨੀਡ ਟੂ ਕੁਐਸਚਨ, we need to put the things in perspective कि गलत हो रहे हैं। मेरा आखिरी सवाल यहाँ पे एक है कि एक तो खैर क्योंकि आपने ये बात कही कि बीजेपी के इंटरनली कितनी डेमोक्रेसी है, तो ये जो स्पेशल सेशन अनाउंस किया गया है इसमें बहुत से पार्टी मेंबर्स को ही नहीं पता है क्योंकि एजेंडा अभी तक कम्युनिकेट नहीं हुआ है। तो ये गेस वर्क है कि क्या वन नेशन वन इलेक्शन पे बिल लाया जाएगा, क्या यूसीसी पे बात होगी, क्या कश्मीर को स्टेटहुड लौटाया जाएगा, या एक ये नया शगुफा छोड़ दिया गया है कि नाम बदला जाएगा शायद। तो अभी कोई क्लैरिटी नहीं है। साथ ही साथ इससे एक फंक्शनिंग का भी हमें एक व्यू मिलता है कि किस तरह से जो है ये फंक्शनिंग हो रही है पार्टी के अंदर भी। तो क्या आपको लगता है, मेरा आखिरी सवाल है ये, कि ऐसे नाम बदलने की जो बात हो रही है या फिर जो एक क्लैरिटी नहीं है कि कौन सा बिल लाएंगे, इससे एक किस्म का डेस्परेशन भी दिख रहा है कि शायद ये अंदेशा हो रहा है कि भाई 2024 में शायद इतना अच्छा परफॉर्मेंस ना हो, या फिर जो आने वाले स्टेट इलेक्शंस हैं, जो इंटरनल सर्वेस है बीजेपी के खुद के, वो बता रहे हैं कि शायद वो अच्छा ना कर पाए इतना। तो क्या आपको एक सेंस ऑफ डेस्परेशन भी दिख रहा है कि ये सब जो हरकतें कर रहे हैं 24 से पहले डेस्परेशन तो नहीं मैं कहूँगा, लेकिन ये ज़रूर है कि इलेक्शन तो पहला कुछ ना कुछ सरकार ने करना है। उन्होंने कुछ ना कुछ तो देखो पोलिटिकल पार्टी है, सत्ताधारी पार्टी है, कोशिश तो करेगी असी पावर ਨੂੰ रिटेन करिए। सो उन्होंने अपने कई तो पत्ते ਕੱਢਨੇ ਨੇ, ਸੋ ਉਹਨਾਂ ਪੱਤਿਆਂ ਵਿੱਚੋਂ ਇੱਕ ਪੱਤਾ ਇਹ ਵੀ ਹੈ ਕਿ ਮੇ ਵੀ ਦੇ ਫੀਲ ਕਿ ਇਸ ਤਰੀਕੇ ਦੀ ਜੇ ਗੱਲ ਆਪਾਂ ਤੋਰੀਏ ਉਹਦੇ ਨਾਲ ਇੱਕ ਜਿਹੜਾ ਇੱਕ ਸਿੰਗੂਲਰ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦਾ, ਨਰਿੰਦਰ ਮੋਦੀ ਨੂੰ ਐਜ਼ ਏ ਲਾਰਜਰ ਦੈਨ ਲਾਈਫ ਇਮੇਜ ਲੀਡਰ ਜੋ ਕਿ ਉਹ ਆਲਰੇਡੀ ਬਣ ਚੁੱਕੇ ਨੇ, ਉਸ ਨੂੰ ਹੋਰ ਮਜ਼ਬੂਤੀ ਦੇ ਨਾਲ ਪੋਰਟਰੇ ਕੀਤਾ ਜਾਏ, ਠੀਕ ਹੈ ਨਾ, ਤੇ ਉਹਦੇ ਵਿੱਚ ਮਦਦ ਮਿਲੇਗੀ। ਸੋ ਇਹ ਸਾਰੇ ਉਹੀ ਪੈਂਤੜੇ ਹੈਗੇ ਨੇ, ਤੇ ਕੋਈ ਵੀ ਪਾਰਟੀ ਹੋਵੇ ਇਸ ਤਰੀਕੇ ਦੇ ਪੈਂਤੜੇ ਅਪਣਾਉਂਦੀ ਹੈ। ਜੇ ਇਹਦੀ ਜਗ੍ਹਾ ਕਾਂਗਰਸ ਹੁੰਦੀ ਉਹ ਵੀ ਕੁਝ ਕਰ ਰਹੀ ਹੁੰਦੀ, ਸੋ ਦੇ ਵੁੱਡ ਆਲਸੋ ਟਰਾਈ ਟੂ ਡੂ ਦੈਟ, ਕਿਉਂਕਿ ਉਹਨਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ, ਇੰਦਰਾ ਗਾਂਧੀ ਦੇ ਸਮੇਂ ਤੇ ਹੋਈ, ਉਸ ਤੋਂ ਬਾਅਦ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਸੋ ਦਿਸ ਇਜ਼ ਵਾਟ ਆਲ ਪੋਲੀਟੀਕਲ ਪੋਜੀਸ਼ਨਿੰਗ ਇਜ਼ ਆਲ ਅਬਾਊਟ, ਪੋਸਚਰਿੰਗ ਦੀ ਗੱਲ ਹੈ। ਸੋ ਆਈ ਥਿੰਕ ਦਿਸ ਇਜ਼ ਆਲ ਪਿਓਰ ਪੋਸਚਰਿੰਗ, ਬਟ ਐਟ ਵਾਟ ਕਾਸਟ। ਪੋਸਚਰਿੰਗ ਤੁਸੀਂ ਕਰੋ ਲੇਕਿਨ ਕਿਸ ਕੀਮਤ ਤੇ ਕਰ ਰਹੇ ਹੋ? ਇਜ਼ ਇਟ ਐਟ ਦ ਕਾਸਟ ਆਫ ਯੋਰ ਬੇਸਿਕ ਫੈਬਰਿਕ ਆਫ ਯੋਰ ਨੈਸ਼ਨੈਲਿਟੀ? ਤੁਹਾਡੀ ਰਾਸ਼ਟਰੀਅਤਾ ਜਾਂ ਜਿਹੜੀ ਭਾਰਤ ਹੈ ਦਾ ਕਨਸੈਪਟ ਹੈ, ਭਾਰਤ ਦੀ ਮੈਂ ਗੱਲ ਕਰ ਰਿਹਾ, ਮੈਂ ਇੰਡੀਆ ਦੀ ਨਹੀਂ ਗੱਲ ਕਰ ਰਿਹਾ, ਮੈਂ ਭਾਰਤ ਦੀ ਗੱਲ ਕਰ ਰਿਹਾ। ਸੋ ਕਿ ਭਾਰਤ ਦੀ ਕੀਮਤ ਦੇ ਉੱਤੇ ਭਾਰਤ ਦਾ ਨਾਂ ਤਾਂ ਨਹੀਂ ਰੱਖਿਆ ਜਾ ਰਿਹਾ। ਅਲਟੀਮੇਟਲੀ ਤੁਸੀਂ ਨਾਂ ਰੱਖ ਕੇ ਤਾਂ ਵੱਡਾ ਭਾਰਤ ਨਹੀਂ ਬਣ ਜਾਓਗੇ। ਭਾਰਤ ਇਜ਼ ਮੋਰ ਆਫ ਅ ਸਪਿਰਿਟ। ਅਗੇਨ ਭਾਰਤ ਇਜ਼ ਅ ਯੂਨੀਅਨ ਆਫ ਇੰਡੀਆ। ਭਾਰਤ ਕੁਝ ਹੋਰ ਨਹੀਂ ਹੈ। तो ਤੁਸੀਂ ਨਾ ਬਦਲ ਕੇ ਕਹਿਣਾ ਚਾਹ ਰਹੇ ਹੋ ਕਿ ਅਸੀਂ ਭਾਰਤ ਨੂੰ ਭਾਰਤ ਦਾ, ਜਿਵੇਂ ਕਹਿੰਦਾ ਅਸੀਂ ਭਾਰਤ ਨੂੰ ਭਾਰਤ ਦਾ ਹੱਕ ਦਵਾਇਆ, ਨਾ ਦਵਾਇਆ। ਸੋ ਉਹਦੀ ਸਪਿਰਿਟ ਜੇ ਤੁਸੀਂ ਉਹ 'ਚੋਂ ਖੋਲੀ ਤਾਂ ਫਿਰ ਨਾ ਦਵਾ ਕੇ ਕੀ ਕਰ ਲਓਗੇ? ठीक है ना। जी जी, आज की चर्चा में जुड़ने के लिए बहुत बहुत शुक्रिया रितेश जी, और एक बार फिर से एक इंडिया वाले की तरफ से आपको जन्मदिन की बहुत बहुत मुबारकबाद। बहुत बहुत धन्यवाद मनी जी, थैंक यू सो मच। आप सबका भी बहुत बहुत शुक्रिया हमारे शो में जुड़ने के लिए।